ਲੱਗਦਾ ਹੈ ਜੀ ਇਸ ਵੀਡੀਓ ਦੇ ਵਿੱਚ ਬਹੁਤ ਟਾਈਮ ਤੋਂ ਜੋ ਪੇਪਰ ਦੀ ਵੇਟ ਹੋ ਰਹੀ ਸੀ ਉਹ ਅੱਜ ਪੇਪਰ ਹੋ ਚੁੱਕਿਆ। ਤਾਂ ਜੋ ਉਸਦੀ ਆਨਸਰ ਕੀ ਹੈ ਜਾਂ ਉਹਦਾ ਕੀ ਸੋਲੂਸ਼ਨ ਹੈ ਮੈਥ ਤੇ ਰੀਜ਼ਨਿੰਗ ਦਾ, ਤਾਂ ਇਸ ਲੈਕਚਰ ਦੇ ਵਿੱਚ ਪੂਰਾ ਸੋਲਵ ਕੀਤਾ ਹੋਇਆ। ਠੀਕ ਹੈ ਜੀ, ਤੁਸੀਂ ਇਸ ਵੀਡੀਓ ਨੂੰ ਪੂਰਾ ਦੇਖੋ। ਮੈਂ ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਮੈਂ ਇਹਨੂੰ ਸੋਲਵ ਕਰਨ ਦੀ। ਠੀਕ ਹੈ ਜੀ, ਤਾਂ ਜੋ ਬਾਕੀ ਪੋਰਸ਼ਨ ਦੀ ਆਨਸਰ ਕੀ ਹੋਊਗੀ, ਮੇਰਾ ਇੱਕ ਟੈਲੀਗ੍ਰਾਮ ਗਰੁੱਪ ਹੈ ਜਿਹਦਾ ਲਿੰਕ ਸਾਨੂੰ ਦੇ ਰੱਖਿਆ ਡਿਸਕ੍ਰਿਪਸ਼ਨ ਦੇ ਵਿੱਚ। ਤੁਸੀਂ ਉਹਨੂੰ ਜੁਆਇਨ ਕਰਕੇ ਉਹਦੀ ਬਾਕੀ ਆਨਸਰ ਕੀ ਦੇਖ ਸਕਦੇ ਹੋਗੇ। ਤਾਂ ਆਪਾਂ ਸਟਾਰਟ ਕਰ ਦਿਆਂਗੇ ਇਹਦੀ ਮੈਥ ਤੇ ਆਪਾਂ ਰੀਜ਼ਨਿੰਗ ਪੋਰਸ਼ਨ। ਠੀਕ ਹੈ ਜੀ, ਤਾਂ ਆਪਾਂ ਕੁਐਸਚਨ ਨੰਬਰ 41 ਸਟਾਰਟ ਕਰਦੇ ਹਾਂ। ਦੇਖੋ ਜੀ, ਕੁਐਸਚਨ ਨੰਬਰ 41 ਕੀ, ਚੂਜ਼ ਦਾ ਕਰੈਕਟ ਅਲਟਰਨੇਟਿਵ ਡੈਟ ਕੈਨ ਰਿਪਲੇਸ ਦਾ ਕੁਐਸਚਨ ਮਾਰਕ। ਤਾਂ ਪਹਿਲਾਂ ਕੀ ਲਿਖਿਆ ਹੋਇਆ ਜੀ 3, ਫਿਰ ਲਿਖਿਆ ਹੋਇਆ 5, 15, ਉਸ ਤੋਂ ਬਾਅਦ ਇੱਕ ਬਲੈਂਕ ਹੈ। ਹੁਣ ਦੇਖੋ ਜੀ ਇਹ ਕੀ ਚੀਜ਼ ਹੈ, ਇਹ 2 ਦਾ ਸਕੁਆਇਰ ਮਾਈਨਸ 1 ਹੈ। ਜਿਹੜੀ ਆਹ ਨੰਬਰ ਹੈ ਇਹ ਕੀ ਹੈ ਜੀ, ਆਪਣੇ ਕੋਲ 4 ਦਾ ਸਕੁਆਇਰ ਮਾਈਨਸ 1 ਹੈ। ਜਿਹੜੀ ਇਹ ਨੰਬਰ ਹੈ ਇਹ 8 ਦਾ ਸਕੁਆਇਰ ਮਾਈਨਸ 1 ਹੈ। ਤਾਂ ਮਤਲਬ ਕਿ ਜਿਹੜਾ ਉਰੇ ਨੰਬਰ ਆਊਗਾ ਇਹ 6 ਦਾ ਸਕੁਆਇਰ ਮਾਈਨਸ 1 ਹੋ ਜਾਊਗਾ, ਮਤਲਬ ਕਿ 35, ਆਪਸ਼ਨ ਬੀ। ਉਸ ਤੋਂ ਅੱਗੇ ਦੇਖੋ ਜੀ ਕੁਐਸਚਨ ਨੰਬਰ 42, ਚੂਜ਼ ਦਾ ਅਲਟਰਨੇਟਿਵ ਫॉर ਦਾ ਮਿਸਿੰਗ ਟਰਮ ਇਨ ਦਾ ਅਲਫਾਬੈਟ ਸੀਰੀਜ਼। ਇੱਕ ਸੀਰੀਜ਼ ਹੈ ਜੀ ਅਲਫਾਬੈਟ, ਤਾਂ ਆਪਾਂ ਨੇ ਇੱਕ ਮਿਸਿੰਗ ਟਰਮ ਪਤਾ ਕਰਨੀ ਹੈ। ਸਭ ਤੋਂ ਪਹਿਲਾਂ ਆਪਣੇ ਕੋਲ ਹੈ ਸੀ ਤੋਂ ਬਾਅਦ ਆਇਆ ਐਫ, ਮਤਲਬ ਕਿ ਆਪਾਂ ਨੇ ਕੀ ਛੱਡਤਾ, ਡੀ ਈ ਛੱਡਤੀ, ਐਫ ਆ ਗਿਆ, ਫਿਰ ਜੀ ਐਚ ਛੱਡਤਾ, ਆਈ ਆ ਗਿਆ, ਜੇ ਕੇ ਐਲ ਆ ਗਿਆ, ਐਮ ਐਨ ਓ ਆ ਗਿਆ, ਪੀ ਕੇ ਤੋਂ ਬਾਅਦ ਕੀ ਆਊਗਾ, ਆਰ ਆਊਗਾ। ਤਾਂ ਆਰ ਕੱਲੀ ਆਪਸ਼ਨ ਸੀ ਦੇ ਵਿੱਚ ਹੈ, ਤਾਂ ਇਹੀ ਆਪਣਾ ਆਨਸਰ ਹੈ। ਬਾਕੀ ਆਪਸ਼ਨ ਆਪਾਂ ਨੂੰ ਚੈੱਕ ਕਰਨ ਦੀ ਕੋਈ ਲੋੜ ਨਹੀਂ। ਅੱਗੇ ਦੇਖੋ ਜੀ ਕੁਐਸਚਨ ਨੰਬਰ 43, ਕੁਐਸਚਨ 43 ਹੈ ਜੀ, ਚੂਜ਼ ਦਾ ਕਰੈਕਟ ਅਲਟਰਨੇਟਿਵ ਫਰੋਮ ਦਾ ਗਿਵਨ ਵਨਸ ਡੈਟ ਵਿਲ ਕੰਪਲੀਟ ਦਾ ਨੰਬਰ ਸੀਰੀਜ਼। ਤਾਂ ਆਪਾਂ ਨੰਬਰ ਸੀਰੀਜ਼ ਇੱਕ ਕੰਪਲੀਟ ਕਰਨੀ ਹੈ। ਦੇਖੋ ਜੀ ਕੀ ਹੈ ਇਸ ਸੀਰੀਜ਼ ਦੇ ਵਿੱਚ, 7 ਤੋਂ ਬਾਅਦ ਕੀ ਹੈ ਜੀ 8 ਆਇਆ ਹੋਇਆ, ਫਿਰ 18, 57, ਕੁਐਸਚਨ ਮਾਰਕ ਤੇ 1165। ਤਾਂ ਇਸ ਸੀਰੀਜ਼ ਨੂੰ ਆਪਾਂ ਕਿਵੇਂ ਸੋਲਵ ਕਰਾਂਗੇ, ਦੇਖੋ ਜੋ ਇਹ ਸੀਰੀਜ਼ ਹੈ ਕਾਫੀ ਵਾਰ ਪੰਜਾਬ ਦੇ ਜੋ ਪਿਛਲੇ ਐਗਜ਼ਾਮ ਨੇ ਉਸ ਦੇ ਵਿੱਚ ਆ ਚੁੱਕੀ। ਤਾਂ ਜੋ ਪੇਪਰ ਹੁੰਦੇ ਨੇ ਪ੍ਰੀਵੀਅਸ ਬਹੁਤ ਇੰਪੋਰਟੈਂਟ ਹੈ। ਦੇਖੋ ਇਹ ਸੀਰੀਜ਼ ਬਹੁਤ ਸਿੰਪਲ ਹੈ। ਸਭ ਤੋਂ ਪਹਿਲਾਂ ਆਪਾਂ 7 ਨੂੰ 1 ਨਾਲ ਮਲਟੀਪਲਾਈ ਕੀਤਾ, ਪਲੱਸ 1 ਐਡ ਕੀਤਾ, 8 ਆ ਗਿਆ ਜੀ। ਫਿਰ ਆਪਾਂ ਜੋ ਵੀ ਆਨਸਰ ਆਊਗਾ ਉਹਨੂੰ 2 ਨਾਲ ਮਲਟੀਪਲਾਈ ਕੀਤਾ ਹੋਇਆ, ਉਹ 'ਚ 2 ਐਡ ਕੀਤਾ ਹੋਇਆ, 18 ਆ ਗਿਆ ਜੀ। ਫਿਰ ਜੋ ਵੀ ਆਨਸਰ ਆਊਗਾ 18 ਨੂੰ ਆਪਾਂ 3 ਨਾਲ ਮਲਟੀਪਲਾਈ ਕੀਤਾ, ਆਪਾਂ 3 ਐਡ ਕਰਤਾ, ਕਿੰਨਾ ਆ ਗਿਆ 18 3 57, 57। ਹੁਣ 57 ਨੂੰ ਆਪਾਂ 4 ਨਾਲ ਮਲਟੀਪਲਾਈ ਕਰਾਂਗੇ ਤੇ 4 ਹੀ ਆਪਾਂ ਐਡ ਕਰਾਂਗੇ। ਤਾਂ ਇੱਥੋਂ ਇੱਕ ਸਿੰਪਲ ਜੀ ਗੱਲ ਹੈ, 7 ਚੌਕਾ 28 ਤੇ 4 32, ਪਿੱਛੇ 2 ਆਊਗਾ ਜੀ। ਤਾਂ ਆਪਸ਼ਨ ਬੀ ਕੀ ਹੈ ਆਪਣੇ ਕੋਲ ਆਨਸਰ ਹੈ ਜੀ। ਇਹ ਸੀ ਕੁਐਸਚਨ ਨੰਬਰ 43। ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 44, ਤਾਜ ਮਹਿਲ is related to love in the same way as Jallianwala Bagh is related to dash। ਦੇਖੋ ਜੀ ਤਾਜ ਮਹਿਲ ਜੋ ਆਪਣੇ ਕੋਲ ਇੱਕ ਸਿੰਬਲ ਹੈ, ਉਹ ਕਿਸ ਦਾ ਸਿੰਬਲ ਹੈਗਾ, ਲਵ ਦਾ ਸਿੰਬਲ ਹੈ। ਤਾਂ ਜਿਹੜਾ ਬਾਗ ਹੈ ਜੀ, ਜਲਿਆਂਵਾਲਾ ਬਾਗ ਹੈ ਜੋ, ਉਹ ਕਿਸ ਦਾ ਸਿੰਬਲ ਹੈਗਾ, ਸ਼ਹਾਦਤ ਦਾ। ਤੇ ਉਰੇ ਸ਼ਹਾਦਤ ਹੋਈ ਸੀ ਕਾਫੀ ਸਾਰਿਆਂ ਦੀ, ਤਾਂ ਆਪਸ਼ਨ ਬੀ ਕੀ ਹੈ ਇਹਦਾ ਸਹੀ ਆਨਸਰ ਹੈ ਜੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 45, if USPL is written as KMPT then LGC will remain as। ਜੋ ਇਹ ਕੁਐਸਚਨ ਮੈਨੂੰ ਕੋਡ ਲੱਗ ਰਿਹਾ ਇਹ ਇਸ ਤਰੀਕੇ ਨਾਲ ਲੱਗ ਰਿਹਾ ਵੀ ਬਣਿਆ ਹੋਊਗਾ। ਦੇਖੋ ਪਹਿਲਾਂ USPL ਹੈ, ਆਪਾਂ ਇਹਨੂੰ ਲਿਖਾਂਗੇ LPSU। ਤਾਂ L ਤੋਂ ਜੋ ਲੈਟਰ ਪਿੱਛੇ ਆਉਂਦਾ K ਆਉਂਦਾ ਹੈਗਾ ਜੀ, ਤਾਂ ਉਰੇ K ਲਿਖਿਆ ਹੋਇਆ। P ਤੋਂ ਪਹਿਲਾਂ ਕੀ ਆਉਂਦਾ MNOP, ਮਤਲਬ ਕਿ ਜੇ ਆਪਾਂ 3 ਲੈਟਰ ਬੈਕ ਜਾਵਾਂਗੇ ਤਾਂ M ਆਊਗਾ, S ਆ ਗਿਆ, MNOPQR, ਮਤਲਬ ਕਿ ਜੇ ਆਪਾਂ 3 ਲੈਟਰ ਬੈਕ ਜਾਵਾਂਗੇ ਤਾਂ P ਆਊਗਾ। ਤੇ U ਤਾਂ ਕੀ ਹੈ ਜਿਹੜਾ ਇੱਕ ਲੈਟਰ ਪਿੱਛੇ ਹੈ, KMPT ਬਣ ਗਿਆ। ਤਾਂ ਸਿਮਿਲਰਲੀ ਆਪਾਂ ਲਿਖਾਂਗੇ, ਕਿਹਨੂੰ ਲਿਖਾਂਗੇ, LJGC ਨੂੰ। ਇਸ ਨੂੰ ਲਿਖਾਂਗੇ ਜੀ ਆਪਾਂ CGJL। ਤਾਂ ਸਭ ਤੋਂ ਪਹਿਲਾਂ ਇਹਦਾ ਬੈਕ ਲੈਟਰ ਕਿਹੜਾ ਆਊਗਾ, B ਆਊਗਾ। B ਇਕੱਲੀ ਇੱਕੋ ਹੀ ਆਪਸ਼ਨ ਹੈਗਾ, ਤਾਂ ਆਨਸਰ ਇਹ ਆ ਜਾਊਗਾ, ਕਿਉਂਕਿ L ਦਾ ਵੀ K ਬਣ ਰਿਹਾ ਇਸ ਦੇ ਵਿੱਚ। ਠੀਕ ਹੈ ਜੀ, ਆਪਸ਼ਨ A ਆਨਸਰ ਆ ਜਾਊਗਾ। ਅੱਗੇ ਦੇਖੋ ਜੀ, choose the pair in which the word are differently related। choose the pair in which words are differently related। ਪਹਿਲਾ ਹੈਗਾ ਜੀ shovel, mud, pen, pencil, screwdriver, screw, hammer, nail। ਤਾਂ ਆਪਸ਼ਨ ਬੀ ਬਿਲਕੁਲ ਸਾਫ਼ ਹੈ ਜੀ, ਇਹਦਾ ਆਨਸਰ ਹੈਗਾ। ਠੀਕ ਹੈ ਜੀ, ਕਿਉਂਕਿ ਦੇਖੋ ਕੀ ਹੈ, ਜਿਹੜਾ ਸਕਰੂ ਡਰਾਈਵਰ ਹੈ ਉਹ ਸਕਰੂ ਤੇ ਕੰਮ ਕਰਦਾ, ਹੈਮਰ ਨੇਲ ਤੇ ਕੰਮ ਕਰਦਾ, ਤਾਂ ਸ਼ੋਵਲ ਮੱਡ ਤੇ ਕੰਮ ਕਰਦਾ, ਪੈਨ ਤੇ ਪੈਨਸਿਲ ਇੱਕ ਸਿਮਿਲਰ ਆਈਟਮਸ ਨੇ,
ਤਾਂ ਇਸ ਦੇ ਵਿੱਚ ਕੋਈ ਇਹਨਾਂ ਦਾ ਕੋਈ ਖਾਸ ਰਿਲੇਸ਼ਨ ਨਹੀਂ ਬਣ ਰਿਹਾ ਇਸ ਦੇ ਮੁਤਾਬਕ। ਤਾਂ ਆਪਸ਼ਨ ਬੀ ਕੀ ਹੈ ਆਪਣੇ ਕੋਲ ਸਹੀ ਆਂਸਰ ਹੈ ਜੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 47। ਹਾਂਜੀ, ਇਸ ਤੋਂ ਅੱਗੇ ਦੇਖੋ ਜੀ ਕੁਐਸਚਨ ਨੰਬਰ 47 ਚ ਕੀ ਹੈ, ਇਨ ਏ ਕੋਡ ਲੈਂਗੁਏਜ ਸੋਲਿਡ ਇਜ਼ ਰਿਟਨ ਐਜ਼ WPSLPIMFHA ਤਾਂ ਕੋਡ ਗਿਵਨ ਹੈ। ਤਾਂ ਇਹ ਕੋਡ ਕਿਹਦਾ ਹੋਊਗਾ, ਇਹ ਚੀਜ਼ ਆਪਾਂ ਨੂੰ ਪੁੱਛੀ ਹੈ ਜੀ ਇਹਨਾਂ ਨੇ। ਤਾਂ ਦੇਖੋ ਬਹੁਤ ਈਜ਼ੀ ਕੁਐਸਚਨ ਹੈ ਵੀ। ਦੇਖੋ ਜੀ ਕਿਵੇਂ ਕਰਾਂਗੇ ਇਸ ਕੁਐਸਚਨ ਨੂੰ। ਸਭ ਤੋਂ ਪਹਿਲਾਂ ਕੀ ਹੈ ਜੀ ਆਪਣੇ ਕੋਲ ਐਸ ਹੈ। ਐਸ ਦੇ ਜੇ ਆਪਾਂ ਮੇਰੇ ਖਿਆਲ 'ਚ ਇਹ ਲੈਟਰ 5 ਨੇ, ਸੌਰੀ ਇਹ ਲੈਟਰ 5 ਨੇ, ਤਾਂ ਇਹ ਲੈਟਰ ਕਿੰਨੇ ਨੇ 10 ਨੇ। 3 6 9 ਤੇ 10, ਮਤਲਬ ਕਿ ਇਹਨਾਂ ਨੇ ਇੱਕ ਲੈਟਰ ਦੇ 2 ਲੈਟਰ ਲਿਖੇ ਹੋਏ ਨੇ ਹੈਗੇ। ਤਾਂ ਆਪਾਂ ਚੈੱਕ ਕਰ ਦਿਆਂਗੇ PQRSTU। ਤਾਂ ਦੇਖੋ ਇਹਨੂੰ ਲਿਖ ਕੇ ਦੇਖਣਾ ਪਊਗਾ ਥੋੜਾ ਜਿਹਾ ਕੁਐਸਚਨ ਲੈਂਥੀ ਕੁਐਸਚਨ ਹੈ ਜੀ ਇਹ। ਤਾਂ ਮੈਂ ਲਿਖੂੰਗਾ ਪਹਿਲਾਂ ਐਸ ਲਿਖੂੰਗਾ। ਹੁਣ ਦੇਖੋ ਐਸ ਦੇ ਕੋਲ ਪਹਿਲਾਂ ਕੀ ਆਈ ਡਬਲਯੂ ਦੇ ਪੀ ਆਇਆ ਹੈ, ਮਤਲਬ ਕਿ ਇਹ 2 ਲੈਟਰ ਇਹਦੇ ਹੀ ਨੇ। ਇਸ ਤੋਂ ਬਾਅਦ ਕੀ ਆਉਂਦਾ TUV, ਡਬਲਯੂ ਆ ਗਿਆ। ਇਸ ਤੋਂ ਬਾਅਦ ਕੀ ਆਇਆ SPQR, ਮਤਲਬ ਕਿ ਇਹ 2 ਲੈਟਰ ਅੱਗੇ ਜਾ ਰਹੇ ਨੇ। ਤਾਂ ਐਸ ਦਾ ਕੋਡ ਕੀ ਲਿਖਿਆ ਇਹਨਾਂ ਨੇ WP ਲਿਖਿਆ। ਉਸ ਤੋਂ ਬਾਅਦ ਲਿਖਿਆ ਜੀ O ਦਾ ਕੋਡ। O ਦਾ ਕੋਡ ਕੀ ਲਿਖਿਆ ਇਹਨਾਂ ਨੇ SL। PQR, ਠੀਕ ਹੈ ਜੀ। ਇੱਥੇ ਵੀ ਲੈਟਰ 3 ਆ ਗਏ। ਉਸ ਤੋਂ ਬਾਅਦ ਕੀ ਹੈ LMNO। ਤਾਂ ਆਪਾਂ ਨੂੰ ਕੋਡ ਪਤਾ ਲੱਗ ਗਿਆ ਜੀ ਇਹਨਾਂ ਨੇ ਕਿਵੇਂ ਲਿਖੀ ਹੈ ਕੋਡਿੰਗ। ਸਭ ਤੋਂ ਪਹਿਲਾਂ ਆਪਣੇ ਕੋਲ ਕੀ ਹੈ AT ਲਿਖਿਆ ਹੋਇਆ, ਜਾਂ ਆਪਾਂ ਐਵੇਂ ਕਰਦੇ ਹਾਂ ਲਾਸਟ ਵਾਲੇ 2 ਕੋਡ ਚੱਕ ਲੈਂਦੇ ਹਾਂ VO। ਵੈਸੇ ਲਾਸਟ ਵਿੱਚ ਸਭ ਦੇ ਵਿੱਚ R ਹੈ, ਤਾਂ ਇਹ ਆਪਾਂ ਨੂੰ ਦੇਖਣ ਦਾ ਕੋਈ ਫਾਇਦਾ ਨਹੀਂ ਹੋਣਾ ਜੀ। ਤਾਂ ਆਪਾਂ ਸੈਕਿੰਡ ਲਾਸਟ 2 ਚੱਕਦੇ ਹਾਂ, IB ਚੱਕ ਲੈਂਦੇ ਹਾਂ IB। ਇਹਦੇ ਵਿੱਚ ਵੀ ਕਾਫੀ ਆਪਸ਼ਨ ਦੇ ਵਿੱਚ E ਆ ਰਿਹਾ ਹੈਗਾ। ਤਾਂ ਇੱਕ ਆਪਾਂ ਨੂੰ ਡਿਫਰੈਂਟ ਆਪਸ਼ਨ ਦੇਖਣੀ ਪੈਣੀ ਹੈ। ਥਰਡ ਚੈੱਕ ਕਰਦੇ ਹਾਂ, ਥਰਡ ਪੇਅਰ, ਉਹ ਤੋਂ ਸਾਰੀ ਕਹਾਣੀ ਆਪਾਂ ਨੂੰ ਪਤਾ ਲੱਗ ਜੂ ਕਲੀਅਰ। ਤਾਂ ਇਹਦਾ ਆਪਾਂ X ਤੇ Q ਕੋਡ ਚੱਕ ਲੈਂਦੇ ਹਾਂ, X ਤੇ Q। देखो PQRS ਸੀਗਾ, ਤਾਂ ਉਰੇ ਆ ਜਾਊਗਾ STUVWYX YWSTUVST। ਤਾਂ ਉਰੇ ਕੀ ਆ ਰਿਹਾ ਆਪਣੇ ਕੋਲ, ਤੇ ਉਸ ਤੋਂ ਬਾਅਦ ਕੀ ਹੈ QRST। ਤਾਂ ਉਰੇ T ਆਊਗਾ ਜੀ, TUVWX, ਠੀਕ ਹੈ ਜੀ। ਤਾਂ ਸੈਂਟਰ 'ਚ T ਆਉਣਾ ਚਾਹੀਦਾ ਹੈਗਾ। ਤਾਂ T ਇਕੱਲੀ ਆਪਸ਼ਨ A ਦੇ ਵਿੱਚ ਹੈ, ਤਾਂ A ਆਂਸਰ ਹੈ ਜੀ ਇਹਦਾ। ਬਹੁਤ ਵਧੀਆ ਕੁਐਸਚਨ ਸੀਗਾ ਜੀ ਇਹ, ਮਤਲਬ ਕਿ ਮੇਨਸ ਦੇ ਲੈਵਲ ਦਾ ਕੁਐਸਚਨ ਪਾਇਆ ਜੀ ਇਹਨਾਂ ਨੇ। ਇਸ ਤੋਂ ਅੱਗੇ ਦੇਖੋ ਜੀ ਕੁਐਸਚਨ ਨੰਬਰ 48। In a certain language, certain code language, 24685 is written as 33776। देखो जी बहुत सिंपल है। 2 ਦੇ ਵਿੱਚ ਇੱਕ ਇਹਨਾਂ ਨੇ ਐਡ ਕਰਤਾ, 4 ਚੋਂ ਇੱਕ ਮਾਈਨਸ ਕਰਤਾ, 6 ਚ ਐਡ ਕਰਤਾ, 8 ਚ ਮਾਈਨਸ ਕਰਤਾ, 5 ਚ ਐਡ ਕਰਤਾ। ਤਾਂ ਸਿੰਪਲ ਹੈ ਜੀ ਇਹ ਵੀ। ਆਪਾਂ ਇਹ 'ਚ ਪਹਿਲਾਂ ਐਡ ਕਰ ਦਾਂਗੇ, ਫਿਰ ਇਹ 'ਚ ਮਾਈਨਸ ਕਰ ਦਾਂਗੇ, ਫਿਰ ਐਡ ਕਰ ਦਾਂਗੇ, ਫਿਰ ਇਹ 'ਚ ਮਾਈਨਸ ਕਰ ਦਾਂਗੇ, ਫਿਰ ਐਡ ਕਰ ਦਾਂਗੇ। 4 4 8 8 2 ਬਣ ਜਾਊਗਾ। ਆਪਸ਼ਨ ਡੀ ਆਂਸਰ ਆ ਜਾਊਗਾ। ਆਸਾਨ ਸੀਗਾ ਜੀ ਇਹ ਵੀ। ਅੱਗੇ ਜੀ ਕੁਐਸਚਨ ਨੰਬਰ 49। ਹਾਂਜੀ ਦੇਖੋ ਕੁਐਸਚਨ ਨੰਬਰ 49 ਦੇਖੋ ਜੀ। क्वेश्चन 49 है जी, pointing towards a girl in the picture, Rita said she is a mother of Neha, whose father is my son. How is Rita related to the girl in the picture? देखो बहुत ईजी है जी। she is a mother of Neha, ਜਿਹੜੀ ਪਿਕਚਰ ਦੇ ਵਿੱਚ ਲੇਡੀ ਆ ਉਹ ਨੇਹਾ ਦੀ ਮਦਰ ਹੈ। ਪਹਿਲਾਂ ਮੈਂ ਲਿਖੂੰਗਾ ਨੇਹਾ, ਉਹਦੀ ਅੱਗੇ ਮਦਰ। ਇਹ ਚੀਜ਼ ਤਾਂ ਹੋ ਗਈ। ਹੁਣ ਜਿਹੜਾ ਨੇਹਾ ਦਾ ਫਾਦਰ ਹੈ, ਨੇਹਾ ਦਾ ਫਾਦਰ ਆ ਇਹਦੀ ਮਦਰ ਹੈ, ਆ ਇਹਦਾ ਫਾਦਰ ਹੋ ਗਿਆ ਨੇਹਾ ਦਾ। whose father, ਜਿਹਦਾ ਨੇਹਾ ਦਾ ਫਾਦਰ ਹੈ, ਇਜ਼ ਮਾਈ ਸਨ। ਤਾਂ ਜੋ ਇਸਦਾ ਨਾਮ ਕੀ ਸੀਗਾ ਰੀਤਾ, ਇਹਦਾ ਸਨ ਹੈ। ਹੁਣ ਉਸ ਤੋਂ ਬਾਅਦ ਸ਼ੀ ਇਜ਼ ਮਦਰ ਆਫ ਨੇਹਾ। ਹੁਣ ਰੀਤਾ ਤੇ ਇਹਦਾ ਆ ਸ਼ੀ ਹੈ, ਦੋਹਾਂ ਦਾ ਕੀ ਰਿਲੇਸ਼ਨ ਬਣਦਾ ਹੈਗਾ। ਤਾਂ ਇਹਦੇ ਵਿੱਚੋਂ ਕੋਈ ਵੀ ਰਿਲੇਸ਼ਨ ਨਹੀਂ ਬਣਦਾ, ਤਾਂ ਆਪਸ਼ਨ ਡੀ ਆ ਜਾਊਗਾ। ਕਿਉਂਕਿ ਇਹ ਕੀ ਹੈ, ਸਨ ਹੈ, ਠੀਕ ਹੈ ਜੀ ਰੀਤਾ ਦਾ, ਇਹ ਉਹਦੀ ਵਾਈਫ ਹੈ, ਤਾਂ ਇਹਦੀ ਕੀ ਹੋਗੀ, ਸੱਸ ਹੋ ਗਈ ਰੀਤਾ ਸ਼ੀ ਦੀ। ਤਾਂ ਇਸ ਤਰੀਕੇ ਨਾਲ ਕੁਐਸਚਨ ਹੋਣਾ ਸੀਗਾ। ਦੇਖੋ ਦੁਬਾਰੇ ਸਮਝ ਲਓ। ਰੀਤਾ ਨੇ ਕਿਹਾ ਸ਼ੀ ਇਜ਼ ਮਦਰ ਆਫ ਨੇਹਾ, ਇਹ ਨੇਹਾ ਇਹ ਉਹਦੀ ਮਦਰ ਹੈ। ਹੂਜ਼ ਫਾਦਰ, ਨੇਹਾ ਦਾ ਫਾਦਰ, ਇਜ਼ ਮਾਈ ਸਨ, ਜਿਹੜਾ ਨੇਹਾ ਦਾ ਫਾਦਰ ਹੈ ਇਹਦਾ ਹਸਬੈਂਡ ਹੋ ਗਿਆ, ਇਹਦਾ ਸਨ ਹੈ, ਤਾਂ ਇਹਦੀ ਸੱਸ ਹੋ ਗਈ। ਤਾਂ ਆਪਸ਼ਨ ਡੀ ਹੈ ਜੀ ਆਂਸਰ। ਅੱਗੇ ਦੇਖੋ ਜੀ ਕੁਐਸਚਨ ਨੰਬਰ 50। कैलाश वॉक्स 3 किलोमीटर टू ईस्ट। ये भी अपन करना पड़ेगा जी, ड्रॉ करना पड़ेगा। कैलाश वॉक्स 3 किलोमीटर टूवर्ड्स ईस्ट, ईस्ट वाल गया 3 किलोमीटर।
ਐਂਡ ਟਰਨਸ ਸਾਊਥ, ਵੈਸਟ ਇੱਧਰ ਹੈ, ਨਾਰਥ ਉੱਪਰ ਹੈ, ਸਾਊਥ ਨੀਚੇ ਹੈ, ਤਾਂ ਉਹ ਸਾਊਥ ਵੱਲ ਉਹਨੇ ਕੀ ਕਰ ਲਿਆ, ਟਰਨ ਕਰ ਲਿਆ। ਐਂਡ ਵਾਕਸ 4 ਕਿਲੋਮੀਟਰ, ਅਗੇਨ ਟਰਨਸ ਵੈਸਟ, ਤਾਂ ਇੱਧਰ ਨੂੰ ਗਿਆ, ਐਂਡ ਵਾਕ 6 ਕਿਲੋਮੀਟਰ, ਤਾਂ 3 ਕਿਲੋਮੀਟਰ ਇਹੀ ਹੋ ਗਿਆ, ਤਾਂ ਆਹ 3 ਕਿਲੋਮੀਟਰ ਹੋਰ ਹੋ ਗਿਆ। ਮਤਲਬ ਕਿ ਉਰੇ ਆਪਦੇ ਹੋਮ ਤੋਂ ਇਹ ਕਿੰਨਾ ਪਹੁੰਚ ਗਿਆ, ਅੱਗੇ 3 ਕਿਲੋਮੀਟਰ ਪਹੁੰਚ ਗਿਆ। ਹਾਊ ਫਾਰ ਇਜ਼ ਹੀ ਫਰੋਮ ਸਟਾਰਟਿੰਗ ਪੁਆਇੰਟ, ਤਾਂ ਇਹ ਵੈਲਿਊ ਆਪਾਂ ਨੇ ਪਤਾ ਕਰਨੀ ਹੈ, ਤਾਂ ਇਹ 4 ਹੈ, 3 ਹੈ, ਤਾਂ ਇਹ 5 ਆ ਜਾਊਗੀ। ਆਪਸ਼ਨ ਬੀ ਕੀ ਹੈ ਜੀ ਇਹਦਾ ਆਨਸਰ। ਅੱਗੇ ਕਰਦੇ ਹਾਂ ਜੀ ਆਪਾਂ ਕੁਐਸਚਨ ਨੰਬਰ 51। ਤਾਂ ਇਹ ਆਪਣੇ 50 ਤੱਕ ਕੁਐਸਚਨ ਕੰਪਲੀਟ ਹੋ ਗਏ ਜੀ, ਜੋ ਕਿ ਮੈਂਟਲ ਐਬਿਲਿਟੀ ਦੇ ਸੀਗੇ। ਅੱਗੇ ਮੈਂਟਲ ਐਬਿਲਿਟੀ ਹੋਰ ਵੀ ਹੈ, ਆਪਾਂ ਅੱਗੇ ਦੇਖਦੇ ਹਾਂ ਕੁਐਸਚਨ ਨੰਬਰ 51। क्वेश्चन नंबर 51 है जी, विच ऑफ द फॉलोइंग डायग्राम इंडिकेट द बेस्ट रिलेशन बिटवीन द इंडिया हरियाणा वर्ड। देखो जी वर्ड ਦੇ ਵਿੱਚ ਇੰਡੀਆ, ਉਹਦੇ ਵਿੱਚ ਕੀ ਹੈ ਹਰਿਆਣਾ, ਆਪਸ਼ਨ ਡੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 52, ਹਾਊ ਮੈਨੀ ਪਰਮੂਟੇਸ਼ਨ ਆਫ 2 ਡਿਜਿਟ ਨੰਬਰਸ ਹੈਵਿੰਗ 8 ਕੈਨ ਮੇਡ ਫਰੋਮ ਦ ਫੋਲੋਇੰਗ ਨੰਬਰ। ਕਹਿੰਦਾ ਦੋ, ਬਹੁਤ ਈਜ਼ੀ ਕੁਐਸਚਨ ਹੈ ਜੀ ਇਹ ਤਾਂ। ਦੇਖੋ ਜੀ ਕੀ ਕੁਐਸਚਨ ਹੈ, ਕਹਿੰਦਾ ਹਾਊ ਮੈਨੀ ਪਰਮੂਟੇਸ਼ਨ ਆਫ 2 ਡਿਜਿਟ ਨੰਬਰ, ਕਹਿੰਦਾ 2 ਅੱਖਰਾਂ ਦੇ ਕਿੰਨੇ ਨੰਬਰ ਬਣ ਸਕਦੇ ਨੇ, ਹੈਵਿੰਗ 8, ਉਹਦੇ ਵਿੱਚ 8 ਹੋਣਾ ਜ਼ਰੂਰੀ ਹੈ। ਤਾਂ ਜਾਂ ਤਾਂ 8 ਇੱਧਰ ਹੋਊਗਾ ਜਾਂ 8 ਇੱਧਰ ਹੋਊਗਾ, ਠੀਕ ਹੈ, ਜਾਂ ਇੱਧਰ ਹੋਊਗਾ 8 ਜਾਂ ਇੱਧਰ ਹੋਊਗਾ। ਹੁਣ ਦੇਖੋ ਤਾਂ ਕਿੰਨੇ ਲੈਟਰ ਨੇ ਟੋਟਲ ਆਪਣੇ ਕੋਲ 6 ਲੈਟਰਸ ਨੇ, ਤਾਂ ਇੱਥੇ ਕਿੰਨੇ ਪੋਸੀਬਲ ਵੇਜ਼ ਨੇ, 6 ਵੇਜ਼ ਨੇ, ਉਰੇ ਕਿੰਨੇ ਪੋਸੀਬਲ ਵੇਜ਼ ਨੇ, 6 ਨੇ, ਟੋਟਲ ਕਿੰਨੇ ਵੇਜ਼ ਹੋ ਗਏ, 12 ਤਰੀਕਿਆਂ ਨਾਲ ਆਪਾਂ ਬਣਾ ਸਕਦੇ ਹਾਂ, ਠੀਕ ਹੈ ਜੀ। ਉਰੇ ਵੀ 6 ਨੰਬਰ ਆਫ ਵੇਜ਼ ਨੇ, ਕਿਉਂਕਿ ਉਰੇ 6 ਲੈਟਰ ਕੋਈ ਵੀ ਆ ਸਕਦੇ ਨੇ। ਇਹਨਾਂ ਨੇ ਕੀ, ਇਹਨਾਂ ਨੇ ਰਿਪੀਟਿੰਗ ਨੋਨ ਰਿਪੀਟਿੰਗ ਕੁਝ ਵੀ ਨਹੀਂ ਕਿਹਾ, ਤਾਂ ਉਰੇ ਵੀ ਆ ਸਕਦਾ 6 ਦੇ 6 ਲੈਟਰ, ਇਹ ਉਰੇ ਵੀ ਆ ਸਕਦੇ ਨੇ, ਤਾਂ ਟੋਟਲ 12 ਵੇਜ਼ ਹੋ ਗਏ, ਆਪਸ਼ਨ ਡੀ। ਬਹੁਤ ਈਜ਼ੀਐਸਟ ਕੁਐਸਚਨ ਸੀਗਾ ਇਹ, ਪੀ ਐਂਡ ਸੀ ਦਾ ਪਰਮੂਟੇਸ਼ਨ ਕੰਬੀਨੇਸ਼ਨ ਦਾ। ਅੱਗੇ ਜੀ ਕੁਐਸਚਨ ਨੰਬਰ 53, ਗੋਗੀ ਇਜ਼ 5th from the left and the Paul is 12th from the right and in the row of children. If Paul shift by 3 places toward Gogi, he becomes 10th from the left and how many children are there in the row? देखो जी बहुत ईजीएस्ट क्वेश्चन है। देखो जी क्वेश्चन की है, थोड़ी स्क्रीन सेटिंग कर ली। गोगी इज 5th from left, तो इधर अपना की होंगे जी लैफ्ट होंगे, इधर होंगे राइट। गोगी इज 5th from left, मतलब कि गोगी के इधर 4 जने होंगे, इतने किहड़ा गोगी। एंड पाल इज 12th from the right एंड, ਤਾਂ ਉਰੇ ਪਾਲ ਹੈ, ਇੱਧਰ ਕਿੰਨੇ ਜਣੇ ਹੋਣਗੇ, 11 ਜਣੇ ਹੋਣਗੇ। ਇੰਨੀ ਗੱਲ ਆਪਾਂ ਨੂੰ ਪਤਾ ਹੈ। ਹੋ ਸਕਦਾ ਪਾਲ ਇੱਧਰ ਵੀ ਹੋਵੇ ਗੋਗੀ ਦੇ ਇੱਧਰ, ਤਾਂ ਆਪਾਂ ਨੂੰ ਕੋਈ ਚੀਜ਼ ਪਤਾ ਨਹੀਂ ਹਜੇ, ਆਪਾਂ ਐਵੇਂ ਲਿਖ ਲਿਆ। ਹੁਣ ਇਫ ਪਾਲ ਸ਼ਿਫਟ ਬਾਈ 3 ਪਲੇਸਿਸ ਟੂਵਰਡ ਗੋਗੀ, ਹੁਣ ਕਹਿੰਦਾ ਜੇ ਪਾਲ ਗੋਗੀ ਦੇ 3 ਪਲੇਸ ਸ਼ਿਫਟ ਕਰ ਜੇ, ਹੀ ਬਿਕਮਸ 10th from the left, ਮਤਲਬ ਕਿ ਜੇ ਇੱਧਰੋਂ 14th ਪਲੇਸ ਤੇ ਹੋ ਜੂ, ਪਹਿਲਾਂ 12th ਪਲੇਸ ਤੇ ਸੀਗਾ, ਹੁਣ 15ਵੇਂ ਪਲੇਸ ਤੇ ਹੋ ਜੂਗਾ ਜੇ ਗੋਗੀ ਵੱਲ ਸ਼ਿਫਟ ਕਰਦਾ। ਹੁਣ ਦੇਖੋ ਜੀ ਉਰੇ 2 ਕੇਸ ਬਣਦੇ ਨੇਗੇ, ਦੇਖੋ ਉਰੇ ਆਪਾਂ ਨੂੰ 2 ਕੇਸ ਲੈ ਕੇ ਵੀ ਚੱਲਣੇ ਪੈਣਗੇ। ਦੇਖੋ ਕਿਵੇਂ, ਮੈਂ ਦੁਬਾਰਾ ਦੇਖਦਾ ਜੀ ਇਸ ਕੁਐਸਚਨ ਨੂੰ, ਇਹ ਲੈਫਟ ਪੋਰਸ਼ਨ, ਇਹ ਰਾਈਟ ਪੋਰਸ਼ਨ, ਇੱਥੇ ਗੋਗੀ ਹੈ ਜੀ 4 ਪਲੇਸ ਛੱਡ ਕੇ, ਇੱਥੇ ਪਾਲ ਹੈ ਕਿੰਨੇ ਪਲੇਸ ਛੱਡ ਕੇ, ਸ਼ਿਫਟ ਬਾਈ 12th from the right hand, ਜਾਂ ਤਾਂ ਉਹ ਇੱਥੇ ਹੋਊਗਾ ਪਾਲ, ਇੱਧਰ ਉਹਦੇ 11 ਜਾਣੇ ਹੋਣਗੇ, ਜਾਂ ਫਿਰ ਕੀ ਹੋਊਗਾ 4 ਬੰਦੇ ਇੱਧਰ, ਆ ਗੋਗੀ, ਇੱਥੇ ਪਾਲ ਹੋ ਸਕਦਾ, ਠੀਕ ਹੈ ਜੀ। ਤਾਂ ਇੱਥੇ ਕਿੰਨੇ ਜਣੇ ਹੋ ਸਕਦੇ ਨੇ, 11 ਜਣੇ ਹੋ ਸਕਦੇ ਨੇ, ਇੱਧਰ 11 ਹੋ ਸਕਦੇ ਨੇ, ਇਹ ਲੈਫਟ ਹੈਂਡ ਹੈ, ਰਾਈਟ ਹੈਂਡ ਹੈ, ਠੀਕ ਹੈ ਜੀ। ਤਾਂ ਇਹ ਚੀਜ਼ ਹੈ। ਹੁਣ ਦੇਖੋ ਜੀ ਕੀ ਹੋ ਰਿਹਾ, ਆਪਾਂ ਨੂੰ ਕਹਿ ਰਿਹਾ ਕਿ ਨਾ ਇਫ ਪਾਲ ਸ਼ਿਫਟ ਬਾਈ 3 ਪਲੇਸਿਸ ਟੂਵਰਡ ਗੋਗੀ, ਹੀ ਬਿਕਮਸ 10th from the left hand। ਤਾਂ ਹੁਣ ਆਪਾਂ ਨੂੰ ਕੀ ਚੀਜ਼ ਦਿਖ ਰਹੀ ਹੈ ਵੀ ਉਹ ਜਦੋਂ ਸ਼ਿਫਟ ਹੋਇਆ ਤਾਂ ਲੈਫਟ ਹੈਂਡ ਤੋਂ ਕਿੰਨਵੇਂ ਪਲੇਸ ਤੇ ਹੋ ਗਿਆ, 10th ਪਲੇਸ ਤੇ ਹੋ ਗਿਆ। ਤਾਂ ਪਹਿਲਾਂ ਆਪਾਂ ਪਹਿਲਾ ਕੇਸ ਲੈ ਕੇ ਚੱਲਦੇ ਹਾਂ, ਜੇ ਆਪਣੇ ਕੋਲ ਆਪਸ਼ਨ ਮਿਲਦੀ ਹੈ ਤਾਂ ਆਪਾਂ ਆਨਸਰ ਟਿਕ ਕਰ ਸਕਦੇ ਹਾਂ, ਠੀਕ ਹੈ ਜੀ। ਕਿਉਂਕਿ ਦੇਖੋ ਹੁਣ ਪਾਲ ਗੋਗੀ ਤਰਫ ਗਿਆ, ਤਾਂ ਲੈਫਟ ਹੈਂਡ ਤੋਂ ਕਿੰਨਵਾਂ ਹੋ ਗਿਆ, ਇਹ 10th ਹੋ ਗਿਆ, ਮਤਲਬ ਕਿ ਇੱਧਰ ਇਹਦੇ ਕਿੰਨੇ ਪਰਸਨ ਹੋਣਗੇ, 9 ਬੰਦੇ ਹੋਣਗੇ ਪਾਲ ਦੇ ਇੱਧਰਲੇ ਪਾਸੇ, ਤੇ ਪਾਲ ਦੇ ਇੱਧਰ ਪਹਿਲਾਂ 11 ਸੀ, ਹੁਣ ਉਹ 3 ਪਲੇਸ ਸ਼ਿਫਟ ਕਰ ਗਿਆ, ਤਾਂ ਇੱਧਰਲੇ ਪਾਸੇ ਕਿੰਨੇ ਬੰਦੇ ਹੋਣਗੇ ਪਾਲ ਦੇ, 14 ਹੋਣਗੇ, ਤਾਂ 14 ਇੱਧਰ ਤੇ 9 ਇੱਧਰ, 10ਵਾਂ ਆਪ ਹੋ ਗਿਆ ਹੈ, 10 ਤੇ 14 24 ਬੱਚੇ ਹੋ ਗਏ ਟੋਟਲ ਰੋ ਦੇ ਵਿੱਚ, ਤਾਂ ਇਹ ਆਪਣਾ ਆਨਸਰ 24। ਤਾਂ ਆਪਾਂ ਨੂੰ ਸੈਕਿੰਡ ਕੇਸ ਲੈਣ ਦੀ ਕੋਈ ਲੋੜ ਨਹੀਂ, ਕਿਉਂਕਿ ਕੁਝ ਵੀ ਨਹੀਂ ਹੋ ਰਿਹਾ ਉਹਦੇ ਨਾਲ, ਤਾਂ ਆਪਾਂ ਨੂੰ ਉਹ ਬਹੁਤ ਡਿਫੀਕਲਟ ਬਣ ਜਾਂਦਾ, ਜੇ ਪਰ ਆਪਸ਼ਨ ਹੀ ਬਹੁਤ ਸਿੰਪਲ ਸੀ, ਤਾਂ ਕਰਕੇ ਆਪਾਂ ਇਸ ਤਰੀਕੇ ਨਾਲ ਇਹਨੂੰ ਕਰ ਲਿਆ। ਅੱਗੇ ਦੇਖੋ ਜੀ,
क्वेश्चन नंबर 54 देखो, 54 है जी, इफ 25th of August in a year is Thursday, then number of Mondays in that month, ਤਾਂ ਕਹਿੰਦਾ ਉਸ ਮਹੀਨੇ ਦੇ ਵਿੱਚ ਕਿੰਨੇ ਸੋਮਵਾਰ ਹੋਣਗੇ। ਦੇਖੋ 25 ਅਗਸਤ, ਠੀਕ ਹੈ ਜੀ, ਮਤਲਬ ਇਹ ਮਹੀਨਾ ਹੁੰਦਾ 31 ਦਾ, ਤਾਂ ਜੀ 25 ਅਗਸਤ ਨੂੰ ਕੀ ਹੈ, ਬਹੁਤ ਸਿੰਪਲ ਕੁਐਸਚਨ ਹੈ ਜੀ, ਵੀਰਵਾਰ ਹੈ, ਕੀ ਹੈ ਜੀ, ਥਰਸਡੇ। ਤਾਂ ਪਹਿਲਾਂ ਆਪਾਂ ਸੋਮਵਾਰ ਚੈੱਕ ਕਰ ਲੈਂਦੇ ਹਾਂ, ਤਾਂ 24, 23 ਉਰੇ ਬੁੱਧਵਾਰ, ਮੰਗਲਵਾਰ, 22 ਦਾ ਕੀ ਹੋਊਗਾ, ਸੋਮਵਾਰ ਹੋਊਗਾ। ਜੇ 22 ਦਾ ਸੋਮਵਾਰ ਹੈ, 7 ਜੋੜਾਂਗੇ ਤਾਂ 29 ਦਾ ਵੀ ਸੋਮਵਾਰ ਆਊਗਾ, 7 ਚੋਂ ਘਟਾਵਾਂਗੇ ਤਾਂ 15 ਦਾ ਵੀ ਸੋਮਵਾਰ ਆਊਗਾ, 8 ਦਾ ਵੀ ਆਊਗਾ ਤੇ 1 ਦਾ ਵੀ ਸੋਮਵਾਰ ਆਊਗਾ, ਤਾਂ 5 ਸੋਮਵਾਰ ਹੋਣਗੇ। ਆਪਸ਼ਨ ਸੀ ਕੀ ਹੈ ਜੀ, ਆਨਸਰ। ਅੱਗੇ ਦੇਖੋ ਜੀ, क्वेश्चन नंबर 55, in a garden there are 10 rows and 12 columns of mango trees. The distance between two trees is 2 meter and distance of 1 meter is left from the all side of the boundary of the garden, then the perimeter of the garden. ਇਹ RS ਅਗਰਵਾਲ ਚ ਕੁਐਸਚਨ ਹੈ ਜੀ, ਇਹ ਅਰਥਮੈਟਿਕ ਚੈਪਟਰ ਹੈ ਜੀ, ਚੈਪਟਰ ਨੰਬਰ 9 ਦੇ ਵਿੱਚ ਕੁਐਸਚਨ ਹੈ ਇਹ। ਦੇਖੋ ਜੀ ਕੀ ਕਿਹਾ, ਕਹਿੰਦਾ ਇਹਨੇ ਗਾਰਡਨ 10 ਰੋਜ਼ ਤੇ 12 ਕੋਲਮ ਨੇ ਮੈਂਗੋ ਟਰੀ ਦੇ, ਠੀਕ ਹੈ ਜੀ, 10 ਰੋਜ਼ ਨੇ, ਮਤਲਬ ਕਿ ਇੱਕ ਲਾਈਨ 'ਚ 12 ਮੈਂਗੋ ਟਰੀ ਹੋਣਗੇ, 10, 11 ਤੇ 1 12, 12 ਕਾਲਮ ਤਾਂ ਹੀ ਬਣਨਗੇ, ਠੀਕ ਹੈ ਜੀ, 10 ਰੋਜ਼ ਨੇ ਇਸ ਤਰ੍ਹਾਂ ਦੀ, 12 ਕਾਲਮ ਨੇ। ਤਾਂ ਡਿਸਟੈਂਸ ਬਿਟਵੀਨ ਦ ਟੂ ਟਰੀ ਇਜ਼ 2 ਮੀਟਰ, ਆ 2 ਮੀਟਰ ਟਰੀ ਹੈ ਜੀ, ਆ 2 ਡਿਸਟੈਂਸ ਹੈ। ਤਾਂ ਜੇ 12 ਕਾਲਮ ਨੇ ਤਾਂ 11 ਗੈਪ ਹੋ ਗਏ, ਤਾਂ ਮਤਲਬ ਕਿ ਪਹਿਲੇ ਟਰੀ ਤੋਂ ਲੈ ਕੇ ਲਾਸਟ ਟਰੀ ਤੱਕ ਕਿੰਨਾ ਡਿਸਟੈਂਸ ਹੋਊਗਾ ਜੀ, ਇਹ 22। डिस्टेंस बिटवीन टू एंड डिस्टेंस ऑफ 1 मीटर इज लेफ्ट फ्रॉम ऑल द साइड, ਤਾਂ 1 ਮੀਟਰ ਇੱਧਰ ਹੋਊਗਾ ਜੀ डिस्टेंस ਦਾ ਗੈਪ, 1 ਇੱਧਰ ਹੋਊਗਾ, ਤਾਂ ਟੋਟਲ ਜੋ ਇਹਦੀ ਰੋ ਲੈਂਥ ਹੋਗੀ 24 ਹੋਗੀ ਜੀ, ਇੱਕ ਲੈਂਥ। ਤਾਂ ਪੈਰੀਮੀਟਰ ਪੁੱਛਿਆ ਗਾਰਡਨ ਦਾ, ਤਾਂ 24 ਹੋਗੀ ਜੀ। ਤਾਂ ਦੇਖੋ ਜੇ ਇਹਦੇ ਕਾਲਮ 12 ਸੀ ਤਾਂ ਇਹਦਾ ਡਬਲ ਆਈ ਹੈ ਐਗਜ਼ੈਕਟ। ਚਲੋ ਹੁਣ ਆਪਾਂ ਜੇ ਕਾਲਮ 10 ਨੇ ਤਾਂ ਗੈਪ 9 ਹੋਣਗੇ ਉਰੇ, ਤਾਂ 18 ਡਿਸਟੈਂਸ ਇਹ ਹੋ ਗਿਆ, ਇੱਕ ਇੱਧਰ ਉੱਧਰ ਛੋੜਿਆ ਹੋਇਆ, ਠੀਕ ਹੈ ਜੀ, ਤਾਂ ਇਹ 20 ਹੋ ਗਈ ਟੋਟਲ। ਤਾਂ 20 ਤੇ 24 ਦਾ ਆਪਾਂ ਨੇ ਪੈਰਾਮੀਟਰ ਲੈ ਕੇ ਨਿਕਾਲਣਾ, 44 ਇੰਟੂ 2 ਕਿੰਨਾ ਹੋ ਗਿਆ, 88 ਹੋ ਗਿਆ। ਆਪਸ਼ਨ ਡੀ ਕੀ ਹੈ ਜੀ ਆਪਣਾ ਸਹੀ ਆਂਸਰ ਹੈ, ਠੀਕ ਹੈ ਜੀ। ਤਾਂ ਅੱਗੇ ਦੇਖਦੇ ਹਾਂ ਜੀ ਆਪਾਂ, ਮਤਲਬ ਜੋ ਸਟੂਡੈਂਟ ਨੇ ਤਿਆਰੀ ਕੀਤੀ ਹੈ ਪ੍ਰੋਪਰ ਵੇ ਨਾਲ, ਉਹਨਾਂ ਲਈ ਪੇਪਰ ਈਜ਼ੀ ਹੈ ਇਹ, ਉਹਨਾਂ ਦੀ ਸਿਲੈਕਸ਼ਨ ਹੋ ਸਕਦੀ ਹੈ। ਅੱਗੇ ਦੇਖੋ ਜੀ ਕੁਐਸਚਨ ਨੰਬਰ 56, if 783945 is divisible by 11 then what is the digit, ਜੋ ਸਟਾਰ ਹੈ ਇਹਦੀ ਵੈਲਿਊ ਪਤਾ ਕਰਨੀ ਹੈ। ਮੈਂ ਇਸ ਕੁਐਸਚਨ ਨੂੰ ਕਿਵੇਂ ਕਰਦਾ, ਦੇਖੋ 7 8 ਮੈਂ ਸਟਾਰ ਨੂੰ ਲਿਖ ਲੈਂਦਾ ਉਰੇ, ਇੱਧਰ ਕੀ ਆ ਜਾਊਗਾ 3, ਇੱਧਰ 9, ਇੱਧਰ 4, ਇੱਧਰ 5, ਤਾਂ ਜੋ ਇਹਨਾਂ ਦਾ ਸਮ ਹੈ, ਤਾਂ ਜੋ ਇਹਨਾਂ ਦਾ ਸਮ ਹੈ ਉਹਨਾਂ ਦਾ ਆਪਾਂ ਡਿਫਰੈਂਸ 11 ਤੇ ਡਿਵਾਈਡ ਹੋਗਾ ਤਾਂ ਉਹ ਨੰਬਰ 11 ਤੇ ਡਿਵੀਜ਼ੀਬਲ ਨੇ। ਤਾਂ ਦੇਖੋ ਜੀ 7 ਤੇ 5 12, 8 4 12 ਦਾ ਕੈਂਸਲ ਹੋ ਗਿਆ। ਹੁਣ ਡਿਫਰੈਂਸ 6 ਹੈ 9 ਤੇ 3 ਦਾ, ਤਾਂ ਜੇ ਇਹ ਜ਼ਿਆਦਾ ਇਹ ਜੇ 5 ਹੋ ਜੇ ਤਾਂ ਆਪਣਾ ਆਂਸਰ ਸਹੀ ਆ ਜਾਊਗਾ। ਲਓ ਜੀ 5 ਪਿਆ ਔਰ ਆਂਸਰ ਡੀ ਹੈ ਜੀ। ਅੱਗੇ ਦੇਖੋ ਜੀ क्वेश्चन नंबर 57, क्वेश्चन 57 है, द लीस्ट नंबर ऑफ स्क्वायर टाइल्स रिक्वायर्ड टू पेव द सीलिंग ऑफ रूम 15 मीटर 17 सेंटीमीटर लॉन्ग एंड 9 मीटर 2 सेंटीमीटर ब्रॉड। ਤਾਂ ਆਪਾਂ ਨੇ ਸਕੁਆਇਰ ਟਾਈਲਸ ਦੀ ਵੈਲਿਊ ਪਤਾ ਕਰਨੀ ਹੈ। ਤਾਂ ਦੇਖੋ 1517 ਟਾਈਲਸ ਤਾਂ ਉਰੇ ਨੇ, 902 ਦੀ ਜੋ ਉਹਦੀ ਕੀ ਹੈ ਬ੍ਰੈਡਥ ਬਣਦੀ ਹੈ। ਤਾਂ ਦੇਖੋ ਇਹਨਾਂ ਕੁਐਸਚਨ 'ਚ ਆਪਾਂ ਇਹਨਾਂ ਦਾ HCF ਨਿਕਾਲਦੇ ਹੁੰਦੇ ਹਾਂ ਜੀ। ਤਾਂ ਪਹਿਲਾਂ ਇਹਨਾਂ ਦਾ ਆਪਾਂ ਡਿਫਰੈਂਸ ਲਵਾਂਗੇ, 98 डिफरेंस एक आ गया, जे अपन 900 मान लिए तो 617 आ जाऊगा, तो 615 डिफरेंस आ गया जी इन्हों का, कितना डिफरेंस आ गया जी इन्हों का 615, 517 एक 100 एक 617 2 माइनस कर देंगे 2 वाले, तो 615 डिफरेंस है। हम आप चैक करते हैं 615 का कैंसल नहीं होंगे, तो ये एक फैक्टर कट लें आप 3, चैक करते हैं अगे उरे आ जाऊगा 205, 205 से भी नहीं कैंसल हो रहा जी, तो ये भी आप लीव आउट कर दें। तो यदा फैक्टर कटते हैं बाहर आप 5, 5 1 ज़ा 5 11, 5 2 ज़ा 10 123 आ गया। तो हम चैक करना पऊगा 123 तो कैंसल होंगे जी, 3 के पिछे उरे 2 है,
3 6 7 8 9 4 123 ਨੂੰ ਜੇ 4 ਨਾਲ ਮਲਟੀਪਲਾਈ ਕਰਦੇ ਹਾਂ ਤਾਂ ਵੀ ਕੈਂਸਲ ਨਹੀਂ ਹੁੰਦਾ ਇਹ। ਤਾਂ ਆਪਾਂ ਸਿੰਪਲੀ ਇੱਕ ਚੀਜ਼ ਕਰਦੇ ਹਾਂ ਜੀ, ਇਹਨੂੰ ਵੀ ਤੁਸੀਂ ਛੋੜੋ। 1517 ਤੇ 902 ਦਾ ਆਪਾਂ ਨੇ HCF ਪਤਾ ਕਰਨਾ ਹੈ। ਉਰੇ ਕਿੰਨਾ ਆ ਗਿਆ ਜੀ 5 ਆ ਗਿਆ ਜੀ, ਇੱਕ 615 ਉਰੇ ਆ ਜਾਊਗਾ 902, ਫਿਰ ਇੱਕ ਕੈਂਸਲ ਕਰਾਂਗੇ 615, 12 ਚੋਂ 5 ਘਟਾਵਾਂਗੇ 7 ਆ ਜਾਊਗਾ, ਉਰੇ ਰਹੇਗਾ 9 ਚੋਂ ਘਟਾਵਾਂਗੇ 8 ਆ ਜਾਊ, 8 ਚੋਂ 6 ਘਟਾਵਾਂਗੇ 2 ਆ ਜਾਊ, 287 ਆ ਗਿਆ, 615 ਫਿਰ ਆ ਗਿਆ ਇੱਧਰ। 287 ਦਾ ਡਬਲ ਕਿੰਨਾ ਹੁੰਦਾ, 300 ਦਾ ਡਬਲ 600, 26 ਮਾਈਨਸ ਕਰ ਦਾਂਗੇ 574, 26 ਦੇ 15 ਕਿੰਨੇ ਹੋ ਗਏ 41, ਉਰੇ 287 ਹੈ ਤਾਂ 7 ਤੇ ਕੈਂਸਲ ਹੋ ਜਾਊਗਾ। 41 ਇਹਦਾ HCF ਆ ਗਿਆ ਜੀ ਦੋਹਾਂ ਦਾ। ਤਾਂ ਹੁਣ 41 ਜੇ HCF ਹੈ, ਇਹਨੂੰ 41 ਨੂੰ ਇਹਦੇ ਨਾਲ ਡਿਵਾਈਡ ਕਰਦੇ ਹਾਂ, ਉਰੇ ਆ ਜਾਊਗਾ 41 ਦੁਨਾ। ਦੇਖੋ ਜੇ ਹੁਣ ਆਪਾਂ ਇਹਨੂੰ ਕਰਾਂਗੇ, ਹੁਣ ਟਾਈਲ ਦਾ ਏਰੀਆ 41 ਆ ਗਿਆ, ਮਤਲਬ ਕਿ ਉਹਦੀ ਸਾਈਡ 41 ਆ ਗਈ, ਤਾਂ 1517 ਗੁਣਾ 902 ਡਿਵਾਈਡ ਨੂੰ ਕਰਾਂਗੇ ਆਪਾਂ 41 × 41 ਨਾਲ, ਆਪਣੇ ਕੋਲ ਸਹੀ ਆਂਸਰ ਆ ਜਾਊਗਾ। ਲੋ ਜੀ 41 ਤੇ ਕੈਂਸਲ ਕਰਦੇ ਹਾਂ, 41 ਦੁਨਾ 82, 41 ਦੁਨਾ 82 ਕੱਟ ਗਿਆ ਜੀ। ਇਹਨੂੰ ਕਰਾਂਗੇ ਆਪਾਂ 41 ਤੀਆ 123, 27 ਤੇ 28, 287 ਬਚ ਕੇ 41 7 ਆ ਗਿਆ, ਤਾਂ ਉਰੇ 37 ਆ ਗਿਆ। 37 ਗੁਣਾ 22 ਆਪਣਾ ਆਂਸਰ ਹੈ। 7 × 2 ਪਿੱਛੇ 4 ਆਊਗਾ ਤਾਂ 814 ਆਪਣਾ ਆਂਸਰ ਆ ਗਿਆ ਜੀ, ਆਪਸ਼ਨ ਸੀ। ਠੀਕ ਹੈ ਜੀ, HCF LCM ਦਾ ਕੁਐਸਚਨ ਸੀਗਾ, ਬਹੁਤ ਈਜ਼ੀ, ਆਪਾਂ ਇਹਨੂੰ ਕਰ ਸਕਦੇ ਹਾਂ। ਅੱਗੇ ਦੇਖੋ ਜੀ ਕੁਐਸਚਨ ਨੰਬਰ 58। A farmer divide his herd of cows among his 4 sons so that first son get half of the herd, the second son get 1/4 and third 1/5 and fourth son 7 cows. The total number of cows in the herd। देखो जी ਆਪਾਂ ਕੀ ਕਰਾਂਗੇ, ਹਾਫ ਹੋ ਰਿਹਾ, ਫਿਰ 1/4 ਹੋ ਰਿਹਾ, ਫਿਰ ਕੀ ਹੋ ਰਿਹਾ 1/5 ਹੋ ਰਿਹਾ, ਤਾਂ ਆਪਾਂ 20 ਕਾਊਜ਼ ਮੰਨ ਲੈਂਦੇ ਹਾਂ। ਸਪੋਜ਼ ਲੈਟ ਕਿੰਨੀਆਂ ਕਾਊਜ਼ ਨੇ 20, ਤਾਂ 10 ਕਾਊਜ਼ ਕੌਣ ਲੈ ਗਿਆ, ਫਸਟ ਸਨ ਲੈ ਗਿਆ। 1 ਠੀਕ ਹੈ ਜੀ, 1/4 ਕੌਣ ਲੈ ਗਿਆ, ਸੈਕਿੰਡ ਸਨ, ਮਤਲਬ ਕਿ 5 ਕਾਊਜ਼ ਸੈਕਿੰਡ ਸਨ ਲੈ ਗਿਆ। 1/5 ਮਤਲਬ ਕਿ 4 ਕਾਊਜ਼ ਕੌਣ ਲੈ ਗਿਆ ਜੀ, ਥਰਡ ਸਨ ਲੈ ਗਿਆ। ਟੋਟਲ 19 ਕਾਊਜ਼। ਚलिए ਇੱਕ ਕਾਊ ਬਚ ਗਈ, ਉਹ ਕੌਣ ਲੈ ਗਿਆ ਜੀ, ਇੱਕ ਕਾਊ ਨੂੰ ਕੌਣ ਲੈ ਗਿਆ, ਜੋ ਉਹਦਾ 4th ਸਨ ਸੀਗਾ। ਤਾਂ ਇੱਕ ਦੀ ਵੈਲਿਊ ਕਿੰਨੀ ਆ ਗਈ ਜੀ ਆਪਣੇ ਕੋਲੇ 7। ਭਾਜੀ ਇੱਕ ਦੀ ਵੈਲਿਊ 7 ਹੈ, 20 ਦੀ ਵੈਲਿਊ ਕਿੰਨੀ ਆ ਜਾਊਗੀ 140। ਠੀਕ ਹੈ ਜੀ, ਆਪਸ਼ਨ ਬੀ ਕੀ ਹੈ ਆਪਣੇ ਕੋਲੇ ਸਹੀ ਆਂਸਰ ਹੈ। ਠੀਕ ਹੈ ਜੀ, ਇਸ ਤੋਂ ਅੱਗੇ ਦੇਖੋ ਨੈਕਸਟ ਕੁਐਸਚਨ ਹੈ ਜੋ ਆਪਣੇ ਕੋਲ ਕੁਐਸਚਨ ਨੰਬਰ 59। if x ਦੀ ਪਾਵਰ 4 plus y ਦੀ ਪਾਵਰ 4 17 x plus y equal to 1 ਦੇ, then what is the value of this। ਦੇਖੋ ਜੀ ਇਸ ਕੁਐਸਚਨ ਨੂੰ ਆਪਾਂ ਕਿਵੇਂ ਕਰ ਸਕਦੇ ਹਾਂ, x plus y ਦੀ ਵੈਲਿਊ ਵੀ 1 ਹੈ ਉਰੇ, ਤੇ ਆਪਾਂ ਨੂੰ x plus x ਦੀ ਪਾਵਰ 4 y ਦੀ ਪਾਵਰ 4 ਦੀ ਵੈਲਿਊ ਵੀ ਆਪਾਂ ਨੂੰ ਗਿਵਨ ਹੈ। ਤਾਂ ਦੇਖੋ ਜੇ ਉਰੇ ਆਪਾਂ ਕੁਝ ਕਾਮਨ ਨਿਕਾਲ ਕੇ ਦੇਖਦੇ ਹਾਂ ਕੀ ਆਉਂਦਾ ਆਪਣੇ ਕੋਲ, एक्स वाई आया, एक्स वाई -2 रह गया। चलो इसनों ਆਪਾਂ ਲੀਵ ਕਰ ਦਿਆਂਗੇ, ਇਹ ਆਪਣੀ ਚੀਜ਼ ਕੰਮ ਦੀ ਨਹੀਂ ਹੈ। ਤਾਂ ਦੇਖੋ ਜੀ ਜੇ ਮੈਂ x ਨੂੰ 1 ਪੁੱਟ ਕਰਦਾ ਤਾਂ ਉਹਦੇ 16 ਬਚ ਜਾਊਗਾ, y2 ਆਊਗਾ, ਤਾਂ x + y 1 बनना बहुत मुश्किल है। ਸਿੰਪਲ ਜੀ ਗੱਲ ਹੈ, ਮਤਲਬ ਕਿ ਜਦੋਂ ਵੈਲਿਊਜ਼ ਪੁੱਟ ਕਰਕੇ ਕੁਐਸਚਨ ਨਹੀਂ ਹੋ ਰਿਹਾ ਤਾਂ ਇਹ ਇੱਕ ਫਾਰਮੂਲਾ ਬੇਸਡ ਕੁਐਸਚਨ ਹੈ। ਤਾਂ ਹੁਣ ਆਪਾਂ ਇੱਕ ਫਾਰਮੂਲਾ ਯੂਜ਼ ਕਰਾਂਗੇ, ਹੋਰ ਆਪਣੇ ਕੋਲ ਕੋਈ ਆਪਸ਼ਨ ਨਹੀਂ ਹੈ ਇਸ ਕੁਐਸਚਨ ਨੂੰ ਕਰਨ ਦੇ। ਦੇਖੋ ਜੀ ਕੀ ਹੈ, x + y ਦਾ ਮੈਂ ਆਪਣੇ ਕੋਲ ਕੀ ਨਾਮ ਦਿੱਤਾ ਹੈ 1 ਦਿੱਤਾ ਹੈ। ਆਪਾਂ ਸਕੁਐਰਿੰਗ ਕਰਦੇ ਹਾਂ ਜੀ ਦੋਵਾਂ ਪਾਸੇ, ਕਿਉਂਕਿ x² + y ਦੀ 4 ਉਰੇ ਹੈਗਾ, ਪਰ ਪਹਿਲਾਂ ਸਕੁਐਰ ਕਰਦੇ 2xy ਆ ਗਿਆ ਜੀ, ਇੱਧਰ ਵੀ ਕਿੰਨਾ ਆ ਗਿਆ 1 ਆ ਗਿਆ ਸਕੁਐਰ ਕਰਕੇ। ਆਪਾਂ ਨੂੰ ਪਾਵਰ 4 ਚਾਹੀਦੀ ਹੈ, ਤਾਂ ਮੈਂ 2xy ਨੂੰ ਆਪਾਂ ਇਸ ਸਾਈਡ ਲੈ ਜਾਂਦੇ ਹਾਂ, ਉਰੇ ਬਣ ਜਾਊਗਾ। ਹੁਣ ਆਪਾਂ ਫਿਰ ਦੁਬਾਰਾ ਸਕੁਐਰਿੰਗ ਕਰਦੇ ਹਾਂ। ਠੀਕ ਹੈ ਜੀ, ਹੋਰ ਕੋਈ ਆਪਸ਼ਨ ਨਹੀਂ ਮੈਨੂੰ ਲੱਭ ਰਹੀ ਹੈਗੀ, ਤਾਂ ਇਸ ਕੁਐਸਚਨ ਨੂੰ ਕਰਨ ਦੇ ਲਈ ਤਾਂ y ਦੀ ਪਾਵਰ 4 + 2x² y² ਆਪਣੇ ਕੋਲ ਆ ਗਿਆ, ਉਰੇ ਬਣ ਜਾਊਗਾ ਜੀ 1 + 4x² y² -4xy। ਤਾਂ ਹੋ ਸਕਦਾ ਆਪਣਾ ਬਹੁਤ ਨੇੜੇ ਹੈ ਜੀ ਆਪਾਂ ਆਂਸਰ ਦੇ। ਇਹਦੀ ਵੈਲਿਊ ਕਿੰਨੀ ਗਿਵਨ ਹੈ ਜੀ ਆਪਣੇ ਕੋਲ 17, ਉਰੇ x² ਸੀਗਾ, ਤਾਂ ਇਹ ਕੈਂਸਲ ਹੋ ਜਾਊਗਾ ਇਹਦੇ ਨਾਲ, ਉਰੇ ਰਹਿ ਜਾਊਗਾ 2। ਠੀਕ ਹੈ ਜੀ, ਤਾਂ ਇਹ ਬਣ ਗਿਆ 17 1 + 2xy x² y² -4xy। 1 उधर जाके माइनस हो जाਊ, उरे बच जाऊगा जी 8। इधरों 2 कॉमन आ जाऊगा, 2 कॉमन निकालेंगे आप, कुछ और नहीं करांगे, x² y² -2xy उरे रह गया। तो 2 इधर जाके सॉरी उरे अपना बच गया सीगा 16 बच गया सीगा,
ਇੱਕ ਨੂੰ 17 ਚੋਂ ਮਾਈਨਸ ਕੀਤਾ ਤਾਂ ਉਰੇ ਇਹਦੇ ਨਾਲ ਕੈਂਸਲ ਕੀਤਾ, ਕਿੰਨਾ ਆ ਗਿਆ 8 ਆ ਗਿਆ। ਤਾਂ 8 ਆਪਣਾ ਕੀ ਹੈ ਜੀ ਆਂਸਰ ਹੈ, ਆਂਸਰ ਹੈ। ਮਿਲ ਗਿਆ ਜੀ ਆਪਾਂ ਨੂੰ ਕੁਐਸਚਨ ਦਾ ਆਂਸਰ। ਅੱਗੇ ਦੇਖੋ ਜੀ ਕੁਐਸਚਨ ਨੰਬਰ 60। ਮਤਲਬ ਕੁਐਸਚਨ ਨੂੰ ਲਿਖੋ ਜੀ ਪਹਿਲਾਂ ਜੋ ਵੀ ਆਪਾਂ ਨੂੰ ਗਿਵਨ ਹੈ, ਕੁਐਸਚਨ ਦੇ ਵੱਲ ਅਪਰੋਚ ਕਰੋ ਹੌਲੀ ਹੌਲੀ, ਤਾਂ ਆਂਸਰ ਆਪਾਂ ਨੂੰ ਮਿਲਦਾ ਹੁੰਦਾ ਜੀ ਜ਼ਰੂਰ। ਅੱਗੇ ਦੇਖੋ ਜੀ ਕੁਐਸਚਨ ਨੰਬਰ 60। क्वेश्चन 60 है जी, देर आर टू नंबर सच दैट सम ऑफ द ट्वाइस द फर्स्ट एंड थ्राइस द सेकंड इज 39। ਆਪਾਂ ਨਾਲ ਦੀ ਨਾਲ ਸੋਲਵ ਕਰਦੇ ਹਾਂ। ਕੀ ਲਿਖਿਆ ਜੀ, ਕਹਿੰਦਾ ਦੋ ਨੰਬਰ ਨੇ ਐਵੇਂ ਦੇ, ਸਚ ਡੈਟ ਦ ਸਮ ਆਫ ਟਵਾਈਸ ਦ ਫਸਟ ਨੰਬਰ ਏ ਹੈ ਜੀ ਇਹਦਾ ਟਵਾਈਸ ਐਂਡ ਥਰਾਈਸ ਦਾ ਥਰਡ ਇਜ਼ 39, ਵਾਈਲ ਦ ਸਮ ਆਫ ਥਰਾਈਸ ਦ ਫਸਟ ਐਂਡ ਟਵਾਈਸ ਦਾ ਸੈਕਿੰਡ ਇਜ਼ ਕਿੰਨਾ 36, ਦ ਲਾਰਜਰ ਆਫ ਦ ਟੂ ਨੰਬਰ। ਮੈਂ ਇਸ ਕੁਐਸਚਨ ਨੂੰ ਕਿਵੇਂ ਕਰਦਾ ਹੁੰਦਾ ਜੀ, ਦੇਖੋ ਇੱਕ ਵਾਰ ਦੋਹਾਂ ਦਾ ਆਪਾਂ ਡਿਫਰੈਂਸ ਲੈ ਲਾਂਗੇ, ਇਹਦੇ ਵਿੱਚੋਂ ਆ ਮਾਈਨਸ ਕਰ ਦਾਂਗੇ, ਉਰੇ ਬਚ ਜੂਗਾ ਜੀ a ਮਾਈਨਸ b, ਕਿੰਨਾ ਆ ਗਿਆ -3 ਆ ਗਿਆ, ਮਤਲਬ ਕਿ b ਮਾਈਨਸ a ਕਿੰਨਾ ਆ ਗਿਆ 3 ਆ ਗਿਆ। ਇੱਕ ਵਾਰ ਦੋਹਾਂ ਐਡ ਕਰ ਦਾਂਗੇ 5a ਪਲੱਸ 5b, ਤਾਂ ਇਹ ਬਣ ਜੂਗਾ ਜਦੋਂ ਐਡ ਕਰਾਂਗੇ 5a ਪਲੱਸ b, ਜਦੋਂ ਕਾਮਨ ਨਿਕਾਲਾਂਗੇ 60 ਤੇ 75, a ਪਲੱਸ b ਕਿੰਨਾ ਆ ਗਿਆ 15 ਆ ਗਿਆ, ਜਾਂ ਫਿਰ b ਪਲੱਸ a ਕਿੰਨਾ ਆ ਗਿਆ 15 ਆ ਗਿਆ। ਤਾਂ ਲਾਰਜਰ ਨੰਬਰ ਨਿਕਾਲਣਾ ਜੀ, ਉਹ b ਹੈ ਆਪਣੇ ਕੋਲੇ, ਠੀਕ ਹੈ ਜੀ। ਤਾਂ b ਕਿਵੇਂ ਆਊਗਾ, ਦੋਹਾਂ ਦਾ ਸਮ ਬਾਈ 2 ਕਰ ਦਾਂਗੇ, ਕਿੰਨਾ ਆ ਜਾਊਗਾ 9, ਸਮ 18/2 9, ਆਪਸ਼ਨ ਸੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 61। ਦ ਡਿਫਰੈਂਸ ਬਿਟਵੀਨ ਦ ਏਜਿਸ ਆਫ ਟੂ ਮੈਨ ਇਜ਼ 10 ਈਅਰ। ਦੋ ਪਰਸਨ ਨੇ, ਉਹਨਾਂ ਦੀ ਏਜ ਕਿੰਨਾ ਡਿਫਰੈਂਸ ਹੈ 10 ਸਾਲ ਦਾ। 15 ਸਾਲ ਪਹਿਲਾਂ ਦਾ ਐਲਡਰ ਵਨ ਵਾਸ ਟਵਾਈਸ ਐਜ਼ ਓਲਡ ਐਜ਼ ਦਾ ਯੰਗਰ ਵਨ। 15 ਸਾਲ ਪਹਿਲਾਂ ਜਿਹੜਾ ਬੜਾ ਸੀਗਾ ਉਹ ਛੋਟੇ ਨਾਲ ਦੁੱਗਣੀ ਉਮਰ ਦਾ ਸੀਗਾ। ਦ ਪ੍ਰੈਜੈਂਟ ਏਜ ਆਫ ਦ ਐਲਡਰ ਮੈਨ, ਦੇਖੋ ਜੀ 15 ਸਾਲ ਪਹਿਲਾਂ ਵੀ ਜੇ ਆਪਾਂ ਬੈਕ ਜਾਂਦੇ ਹਾਂ ਤਾਂ ਉਹ ਤੋਂ ਡਬਲ ਸੀਗਾ, ਬਟ ਉਹਨਾਂ ਦਾ ਡਿਫਰੈਂਸ 15 ਸੀਗਾ, ਤਾਂ ਇਹ 30 ਦਾ ਹੋਊਗਾ ਤਾਂ ਇਹ 15 ਦਾ ਹੋਊਗਾ 15 ਸਾਲ ਪਹਿਲਾਂ। ਤਾਂ ਹੁਣ ਇਹ 45 ਦਾ ਹੋਊਗਾ, 30 ਦਾ ਹੋਊਗਾ। ਤਾਂ ਹੁਣ ਤਾਂ ਕੀ ਪੁੱਛਿਆ, ਬੜੇ ਆਦਮੀ ਦੀ ਹੁਣ ਉਮਰ ਕਿੰਨੇ ਸਾਲ ਦੀ, ਦਾ ਪ੍ਰੈਜੈਂਟ ਏਜ ਆਫ ਦਾ ਆਲਡਰ ਮੈਨ ਕਿੰਨੀ ਹੈ ਜੀ 45 ਸਾਲ ਹੈ, ਆਪਸ਼ਨ ਸੀ। ਇਸ ਤੋਂ ਅੱਗੇ ਦੇਖੋ ਜੀ ਕੁਐਸਚਨ ਨੰਬਰ 62। Rajan got 76% marks and Sonia got 480 marks in a test. The maximum marks of the test is equal to the marks obtained by Rajan and Sonia together. How many marks did Rajan score in the test? देखो जी की है, बहुत easy question है। देखो जी ਇਹਦੇ ਕੋਲ 76% ਮਾਰਕਸ ਨੇ, ਤਾਂ ਇਹਦੇ ਕੋਲ ਸੋਨੀਆ ਕੋਲ 480 ਨੇ, ਦੋਹਾਂ ਦੇ ਮਿਲ ਕੇ ਮੈਕਸਿਮਮ ਬਣਦੇ ਨੇ, ਮਤਲਬ ਕਿ 100% ਬਣਦੇ ਨੇ, ਮਤਲਬ ਕਿ ਸੋਨੀਆ ਦੇ ਮਾਰਕਸ ਕਿੰਨੇ ਨੇ 24% ਨੇ, ਤਾਂ ਉਹਦੇ ਮਾਰਕਸ ਕਿੰਨੇ ਆਏ ਨੇ 480 ਆਏ ਨੇ। ਇਹਦਾ ਡਬਲ ਕੀਤਾ, ਪਿੱਛੇ ਕੀ ਲੱਗ ਗਈ 0 ਲੱਗ ਗਈ, ਤਾਂ ਇਹਦੇ ਪਤਾ ਕਰਨੇ ਨੇ 76 ਦਾ ਆਪਾਂ ਡਬਲ ਕਰ ਦਾਂਗੇ 152 ਜੂ, ਪਿੱਛੇ ਕੀ ਲੱਗ ਜੂਗੀ 0। ਤਾਂ ਆਪਸ਼ਨ ਕਿਹੜੀ ਆ ਗਈ ਜੀ, ਬੀ ਆਪਸ਼ਨ ਸਹੀ ਹੈ। ਅੱਗੇ ਦੇਖੋ ਜੀ ਕੁਐਸਚਨ ਨੰਬਰ 63। क्वेश्चन 63 है जी अपने को, 85% ऑफ 420 प्लस क्वेश्चन मार्क परसेंट ऑफ 1080 इक्वल टू 735, देन एक्स इज, मतलब क्वेश्चन मार्क की वैल्यू अपने पता करनी है। हाँ देखो जी बहुत ईजी है भी। सब तो पहले देखो उरे 108 है, पूरे 420 है, कुछ ना कुछ कॉमन निकाल के देखते हैं। जे आप 10 कॉमन निकाल लेने वो भी आ जाऊगा, 6 भी कॉमन आ जाऊगा, मतलब 60 कॉमन आ जाऊ दोहां दे विचों। मैं की लिख रहा जी 420 का 85% प्लस 1080 का X%, इधर 735 गुना मैं 0 कर देना, मतलब जो परसेंटेज नीचे 100 सीगा इधर मैं लगाता 0 करता, ठीक है जी। तो हम देखो 0 सब चो कैंसल हो गया जी, ये जो की कॉमन आ रहा अपने को 17 कॉमन आ जाऊगा, 17 5 ना 17 नहीं आता, तो इधरों कॉमन आ जाऊगा 6, तो उरे 7 रह गया, 6 आप इधर डिवाइड करता, इतने कितना रह गया 6 1 18 रह गया, ठीक है जी। हम ये की कॉमन आ सकता 85 है उरे, चलो आप मल्टीप्लाई करते हैं, 85 गुणा 7 35 आ गया, 8 7 55 3 595 प्लस कितना आ गया 18x आ गया। ये आप कैंसल करते हैं जी, 6 से चेक करते हैं, 6 12 72 15 बन गया 25 1225 आ गया, माइनस 595 करा जी, इधर 0 आ गया, 12 चो 9 कट्टे 3 630 आ गया, तो 18x की वैल्यू आ गई, 9 तो कैंसल करा 2 बाजू उरे आ जाऊगा 70, तो एक्स कितना आ गया जी 35 आ गया, ऑप्शन सी। ठीक है जी, क्वेश्चन को आराम ना करो, बट पहली बार च करो ताकि दोबारा टाइम वेस्ट ना हो।
ਅੱਗੇ ਦੇਖੋ ਜੀ ਕੁਐਸਚਨ ਨੰਬਰ 64, watch is sold at profit of 20% if both the cost price and selling price of the watch are decreased by 100%, then the profit would be 5% more or original cost price of the watches। ਦੇਖੋ ਜੀ ਬਹੁਤ ਤਰ੍ਹਾਂ ਦੇ, ਇਹ ਬਹੁਤ ਈਜ਼ੀਐਸਟ ਕੁਐਸਚਨ ਹੈ। ਪਹਿਲਾਂ 20% ਪ੍ਰੋਫਿਟ ਹੁੰਦਾ ਸੀ, ਮਤਲਬ ਕਿ 5 ਵਾਲੀ ਆਈਟਮ 6 ਚ ਵਿਕਦੀ ਸੀ, ਆਪਾਂ ਕਹਿ ਸਕਦੇ ਹਾਂ ਕਿ ਸੀਪੀ ਰੇਸ਼ੋ ਐਸਪੀਏ ਬਣਦੀ ਸੀ। ਹੁਣ ਦੋਹਾਂ ਦਾ ਪ੍ਰਾਈਸ 100 ਘਟ ਗਿਆ ਤਾਂ ਹੁਣ ਪ੍ਰੋਫਿਟ 5% ਜ਼ਿਆਦਾ ਹੋ ਗਿਆ, ਮਤਲਬ ਕਿ 25% ਪ੍ਰੋਫਿਟ ਹੋ ਗਿਆ ਜੀ। ਮਤਲਬ ਹੁਣ 4 ਵਾਲੀ ਆਈਟਮ ਕਿੰਨੇ ਚ ਵਿਕਦੀ ਹੈ, 5 ਚ ਵਿਕਦੀ ਹੈ। ਤਾਂ ਜੇ ਪਹਿਲਾਂ ਦਾ ਡਿਫਰੈਂਸ ਲਵਾਂਗੇ, ਉਰੇ ਵੀ 100 ਹੈ, ਉਰੇ ਵੀ 100 ਹੈ, ਕ੍ਰੋਸ ਮਲਟੀਪਲੀਕੇਸ਼ਨ ਨਾਲ ਕਰਾਂਗੇ ਜੀ। 25 6 24 1 ਆ ਗਿਆ ਜੀ, ਇਹਦੀ ਵੈਲਿਊ ਆ ਜਾਊਗੀ 400 ਮਾਈਨਸ 500 100 ਆ ਗਈ। ਤਾਂ ਪਹਿਲਾਂ ਆਪਾਂ ਨੇ ਵੈਲਿਊ ਪਤਾ ਕਰਨੀ ਹੈ ਸੀਪੀ ਦੀ, 5 ਦੀ ਵੈਲਿਊ 500 ਆ ਜਾਊਗੀ, ਆਪਸ਼ਨ ਬੀ ਆਨਸਰ ਹੈ। ਜਿਸ ਨੂੰ ਆਹ ਚੀਜ਼ ਨਹੀਂ ਪਤਾ ਜੀ, ਉਹ ਮੇਰੇ ਲੈਕਚਰਸ ਨੇ, ਠੀਕ ਹੈ ਜੀ, ਉਹ ਦੇਖ ਸਕਦਾ। ਠੀਕ ਹੈ ਜੀ, ਇੱਕ ਮੇਰਾ ਟੈਲੀਗ੍ਰਾਮ ਬਣਿਆ ਹੈ ਜੀ ਗਰੁੱਪ, ਉਹਦਾ ਲਿੰਕ ਜੋ ਦੇ ਰੱਖਿਆ ਜੀ ਡਿਸਕ੍ਰਿਪਸ਼ਨ ਦੇ ਵਿੱਚ, ਉਹਦੇ ਵਿੱਚ ਕਾਫੀ ਸਾਰੇ ਲੈਕਚਰ ਪੈਂਦੇ ਨੇ, ਤੁਸੀਂ ਉੱਥੋਂ ਵੀ ਹੈਲਪ ਲੈ ਸਕਦੇ ਹੋ। ਅੱਗੇ ਦੇਖੋ ਜੀ ਕੁਐਸਚਨ ਨੰਬਰ 65, ਸਟੱਡੀ ਦਾ ਕੁਐਸਚਨ ਐਂਡ ਸਟੇਟਮੈਂਟ ਐਂਡ ਡਿਸਾਈਡ ਵਿਚ ਆਫ ਦਾ ਸਟੇਟਮੈਂਟ ਆਰ ਨੈਸੈਸਰੀ ਟੂ ਆਂਸਰ ਦਾ ਕੁਐਸਚਨ। ਹਾਊ ਮਚ ਪ੍ਰੋਫਿਟ ਡਿਡ ਮਨੀਕ earn on the cost price of an article by selling it? He got 15% discount on the market price at the time of purchase. He sold it for 3060. He earned 2% profit on the market price. ਸਾਰੇ ਆਪਾਂ ਨੂੰ ਸਟੇਟਮੈਂਟ ਦੀ ਲੋਡ ਪੈਣੀ ਹੈ ਜੀ। ਕੋਈ ਵੀ ਕੁਐਸਚਨ, ਕੋਈ ਵੀ ਸਟੇਟਮੈਂਟ ਐਵੇਂ ਦੀ ਨਹੀਂ ਜਿਹਦੀ ਆਪਾਂ ਨੂੰ ਲੋਡ ਨਹੀਂ ਪੈਣੀ, ਤਾਂ ਆਲ 3 ਹੈ ਜੀ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਆਪਾਂ ਨਿਕਾਲ ਸਕਦੇ ਹਾਂ ਕੁਐਸਚਨ ਨੂੰ। ਆਪਾਂ ਨੇ ਇਹ 'ਚ ਨਿਕਾਲਣਾ ਕੀ ਸੀਗਾ, ਹਾਊ ਮਚ ਪ੍ਰੋਫਿਟ ਡਿਡ ਮਨੀਕ ਅਰਨ, 1-2 ਮਿੰਟ ਰੁਕੋ ਜੀ, ਆਪਾਂ ਚੈੱਕ ਕਰ ਲਈ। ਔਨ ਦਾ ਕਾਸਟ ਪ੍ਰਾਈਸ ਆਫ ਐਨ ਆਰਟੀਕਲ, ਉਹਨੂੰ ਕਿੰਨਾ ਪ੍ਰੋਫਿਟ ਹੋਇਆ। ਉਹਨੇ 3060 ਦੀ ਵੇਚੀ ਹੈ, ਉਹਨੂੰ 2% ਪ੍ਰੋਫਿਟ ਹੋਏਗਾ ਔਨ ਦਾ ਮਾਰਕ ਪ੍ਰਾਈਸ। ਠੀਕ ਹੈ, ਮਾਰਕ ਪ੍ਰਾਈਸ ਵੀ ਗਿਵਨ ਹੈ, ਤਾਂ ਸਾਰੀਆਂ ਆਉਣਗੀਆਂ ਜੀ, ਆਲ 3 ਆਓ। ਅੱਗੇ ਦੇਖੋ ਜੀ ਕੁਐਸਚਨ ਨੰਬਰ 66, what number has to be added to the ratio 3:5 to make the ratio 5:6? 3:5 ਦੇ ਵਿੱਚ ਕੀ ਆਪਾਂ ਐਡ ਕਰੀਏ ਤਾਂ ਕਿ ਇਹ ਕਿੰਨਾ ਬਣ ਜੇ, 5:6 ਬਣ ਜੇ। ਬਹੁਤ ਈਜ਼ੀਐਸਟ ਕੁਐਸਚਨ ਹੈ ਜੀ ਇਹ ਵੀ। ਤਾਂ ਦੇਖ ਲਓ ਜੀ, ਬਾਈ ਆਪਸ਼ਨ ਹੀ ਕਰ ਲਓ ਇਹਨੂੰ। ਤਾਂ 6 ਐਡ ਕਰਾਂਗੇ ਤਾਂ 9 ਬਣ ਜੂ, ਉਰੇ ਕਰਾਂਗੇ 11 ਬਣ ਜੂ, ਕੈਂਸਲ ਹੈ ਜੀ ਇਹ ਤਾਂ। 7 ਐਡ ਕਰਾਂਗੇ 10 ਬਣ ਜੂ, ਉਰੇ 12 ਬਣ ਜੂਗਾ। ਆ ਲਓ ਜੀ, ਆਨਸਰ ਆ ਗਿਆ ਆਪਸ਼ਨ ਬੀ, ਕੁਛ ਵੀ ਲਿਖਣ ਦੀ ਲੋੜ ਨਹੀਂ ਸੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 67, 720 rupees are divided among 2 men, 5 boys and 8 boys, so that share of men, women and boys are in the ratio of 3:1. How much does each boy get? देखो जी, 2 men ने, वुमेन किन्नियां ने 5, बॉयज़ किन्ने ने 8। तो ਜਿਹੜਾ ਸ਼ੇਅਰ ਆਇਆ ਇੱਕ ਮੈਨ ਦਾ ਕਿੰਨਾ ਸ਼ੇਅਰ ਆਇਆ, ਇਹ ਲਿਖ ਲਾਂਗੇ ਆਪਾਂ 3x, ਇਹਦਾ ਲਿਖ ਲਾਂਗੇ ਵੂਮਨ ਦਾ 2x, ਬॉय ਦਾ ਕਿੰਨਾ ਆਇਆ 1x। ਤਾਂ ਹੁਣ ਇੱਕ ਬॉय ਨੂੰ ਕਿੰਨਾ ਮਿਲਿਆ, ਪਹਿਲਾਂ ਆਪਾਂ ਸਾਰੇ ਬॉयਜ਼ ਨੂੰ ਨਿਕਾਲ ਲਾਂਗੇ। ਦੇਖੋ ਜੀ ਕਿਵੇਂ ਕਰਾਂਗੇ, ਜੇ ਨੰਬਰ ਆਫ ਮੈਨ 2 ਨੇ, ਇੱਕ ਨੂੰ ਕਿੰਨਾ ਮਿਲਿਆ 3x, 6x ਮਿਲ ਗਏ, ਉਰੋਂ ਕਿੰਨੇ ਮਿਲ ਗਏ 10x ਮਿਲ ਗਏ, ਉਰੋਂ ਕਿੰਨੇ ਮਿਲ ਗਏ 8x, ਤਾਂ 24x ਟੋਟਲ ਮਿਲ ਗਏ। ਇਹਦੀ ਵੈਲਿਊ ਹੈ 720, ਤਾਂ x ਦੀ ਵੈਲਿਊ ਕਿੰਨੀ ਹੈ, ਕਿੰਨੀ ਆ ਗਈ ਜੀ, x ਦੀ ਵੈਲਿਊ ਆ ਗਈ 30 ਆ ਗਈ। ਤਾਂ ਜੇ ਇੱਕ ਬॉय ਨੂੰ ਕਿੰਨਾ ਮਿਲਦਾ, ਇੱਕ x ਮਿਲਦੀ ਹੈ, ਮਤਲਬ ਕਿ 30 ਰੁਪੀਜ਼ ਮਿਲਦੇ ਨੇ, ਤਾਂ 30 ਹੀ ਆਪਣਾ ਕੀ ਹੈ ਆਨਸਰ, ਆਪਸ਼ਨ ਬੀ ਜੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 68, ABC can complete the piece of work in 24, 5 and 12 days respectively. Working together, they will complete the same work in how many days? ਇਹ ਕੁਐਸਚਨ ਕਰਨਾ ਹੈ। ਤਾਂ 24, 5, 12 ਚ ਕਰਦੇ ਨੇ, ਤਾਂ ਜੇ ਆਪਾਂ ਇਹਨਾਂ ਦਾ ਐਲਸੀਐਮ ਲਵਾਂ ਕਿੰਨਾ ਆ ਜਾਊਗਾ, 60 ਆ ਜਾਊਗਾ ਜੀ, ਸੌਰੀ 60 ਨਹੀਂ ਆਉਂਦਾ, 120 ਆ ਜਾਊਗਾ। ਇਹਦੀ ਐਫੀਸ਼ੀਐਂਸੀ 24, ਇਹਦੀ 5, ਇਹਦੀ 10, ਤਾਂ 120 ਬਾਈ ਕਿੰਨਾ ਆ ਜਾਊਗਾ 39, ਤਾਂ 40 ਬਾਈ 3 ਆਊਗਾ ਜੀ, ਸੌਰੀ 13, ਆਪਸ਼ਨ ਡੀ ਆ। ਅੱਗੇ ਦੇਖੋ ਜੀ ਕੁਐਸਚਨ ਨੰਬਰ 69, if a 3 man or 9 boy can finish a piece of work in 21 days, in how many days can 5 men and 6 boy together to do the same piece of work in days? देखो जी की गया, मतलब कि 3 मैन 9 बॉय के बराबर ने, तो 3m इक्वल टू 9b लिखांगे आप।
ਤਾਂ ਮਤਲਬ ਕਿ M ਓਵਰ B ਦੀ ਐਫੀਸ਼ੀਐਂਸੀ ਕਿੰਨੀ ਆ ਗਈ 3:1। ਤਾਂ 21 ਦਿਨ 'ਚ ਪੂਰਾ ਕਰਦੇ ਨੇ ਜੀ। ਕੌਣ ਪੂਰਾ ਕਰਦੇ ਨੇ? 3 ਮੈਨ। ਤਾਂ 21 ਗੁਣਾ 3, ਤਾਂ ਕਿੰਨਾ ਵਰਕ ਹੋ ਗਿਆ ਜੀ ਇਹ? ਸੌਰੀ, 3 ਮੈਨ ਕਰਦੇ ਨੇ, ਤਾਂ ਇੱਕ ਮੈਨ ਦੀ ਐਫੀਸ਼ੀਐਂਸੀ ਕਿੰਨੀ ਹੈ? 3 ਹੈ। ਤਾਂ ਟੋਟਲ ਇੰਨਾ ਕੀ ਹੋ ਗਿਆ? ਵਰਕ ਹੋ ਗਿਆ। ਕਿਹਦਾ ਪੁੱਛਿਆ ਜੀ? 5 ਮੈਨ ਦਾ, ਤੇ 6 ਬੁਆਏ ਨੇ। 5 ਮੈਨ ਦੀ ਕਿੰਨੀ ਐਫੀਸ਼ੀਐਂਸੀ ਹੈ? 5 × 3 15। 6 ਮੈਨ ਦੀ ਕਿੰਨੀ ਹੈ? 6। ਕਿੰਨਾ ਬਣ ਗਿਆ ਜੀ? 21 ਬਣ ਗਿਆ। 21 ਨੇ 21 ਕੈਂਸਲ ਹੋ ਗਿਆ। ਕਿੰਨਾ ਆਂਸਰ ਆ ਗਿਆ? 9। ਲਓ ਜੀ, ਆਪਸ਼ਨ ਬੀ। ਅੱਗੇ ਦੇਖੋ ਜੀ, ਕੁਐਸਚਨ ਨੰਬਰ 70। Monkey climbs up a pole, ascends 6 meter per minute and slips 3 meter in alternative minute. If the pole ਦੀ ਹਾਈਟ ਕਿੰਨੀ ਹੈ? 60 meter. How long will it take to the monkey to reach the top? ਦੇਖੋ ਜੀ, ਪਹਿਲੇ ਮਿੰਟ 6 ਮੀਟਰ ਗਿਆ, ਦੂਜੇ ਅਗਲੇ ਮਿੰਟ 3 ਮੀਟਰ ਨੀਚੇ ਆ ਗਿਆ। ਮਤਲਬ ਕਿ 2 ਮਿੰਟ 'ਚ ਉਹਨੇ ਕਿੰਨਾ ਟਰੈਵਲ ਕਰ ਲਿਆ? 3 ਮੀਟਰ ਟਰੈਵਲ ਕਰ ਲਿਆ। ਤਾਂ ਆਪਾਂ ਕੀ ਕਰਾਂਗੇ ਜੀ, ਜਿਹੜੇ ਲਾਸਟ ਵਾਲੇ ਹੋਣਗੇ 6 ਮੀਟਰ, ਉਹਦਾ ਇੱਕ ਵਾਰ 'ਚ ਕਵਰ ਕਰ ਜਾਊਗਾ। ਆਪਾਂ 54 ਤੱਕ ਪਹੁੰਚਣਾ ਹੈਗਾ। ਤੈਨੂੰ 18 ਨਾਲ ਮਲਟੀਪਲਾਈ ਕਰਾਂਗੇ ਜੀ, ਇਹਨੂੰ 18 ਨਾਲ ਮਲਟੀਪਲਾਈ ਕਰਾਂਗੇ ਤਾਂ 36 ਮਿੰਟਾਂ ਦੇ ਵਿੱਚ ਉਹ 54 ਮੀਟਰ ਕਵਰ ਕਰ ਜਾਊਗਾ। ਤਾਂ ਨੈਕਸਟ ਮਿੰਟ ਦੇ ਵਿੱਚ 1 ਮਿੰਟ ਹੋਰ ਲੱਗੂਗਾ, 6 ਮੀਟਰ ਕਵਰ ਕਰ ਜਾਊਗਾ, ਤਾਂ ਟੋਟਲ 60 ਹੋ ਜਾਊਗਾ। ਮਤਲਬ ਕਿ 37 ਮਿੰਟ ਆਪਣਾ ਕੀ ਆ ਗਿਆ? ਆਂਸਰ ਆ ਗਿਆ। ਨੈਕਸਟ ਹੈ ਜੀ ਕੁਐਸਚਨ ਨੰਬਰ 71। Train increase its normal speed by 12.5% and reach its destination 20 minutes earlier. What is the actual time taken by the train with its normal speed for completing the journey? लो जी, बहुत ईजीएस्ट क्वेश्चन है भी। ਇਹਦਾ ਮਤਲਬ ਕਿੰਨਾ ਹੁੰਦਾ ਜੀ? 1/8। ਪਹਿਲਾਂ ਉਹਦੀ ਸਪੀਡ 8 ਸੀ, ਹੁਣ ਸਪੀਡ 9 ਹੋ ਗਈ, ਤਾਂ ਟਾਈਮ ਦੀ ਰੇਸ਼ੀਓ 9 ਤੋਂ 8 ਹੋ ਗਈ। ਤਾਂ ਹੁਣ 20 ਮਿੰਟ ਜਲਦੀ ਪਹੁੰਚੀ, ਮਤਲਬ ਕਿ 1 ਦੀ ਵੈਲਿਊ ਕਿੰਨੀ ਆ ਗਈ? 20 ਮਿੰਟ। ਤਾਂ ਕੀ ਪੁੱਛਿਆ? ਨਾਰਮਲ ਸਪੀਡ ਤੇ ਕਿੰਨਾ ਟਾਈਮ ਲਊਗੀ? 9 ਦੀ ਵੈਲਿਊ ਕਿੰਨੀ ਆ ਗਈ? 180 ਮਿੰਟ। ਤਾਂ ਮਿੰਟਾਂ 'ਚ ਹੀ ਪੁੱਛਿਆ ਇਹਨਾਂ ਨੇ, ਤਾਂ 180 ਮਿੰਟ ਹੀ ਆਪਣਾ ਆਂਸਰ ਹੈ, ਆਪਸ਼ਨ ਸੀ। ਅੱਗੇ ਦੇਖੋ ਜੀ, ਕੁਐਸਚਨ ਨੰਬਰ 72। A man standing on platform finds that a train takes 3 seconds to pass him and another train of the same length moving in the opposite direction takes 4 seconds. The time taken by the train to pass each other. ਲਓ ਜੀ, ਦੇਖੋ ਜੀ, ਇੱਕ ਮੈਨ ਹੈ, ਸਟੈਂਡਿੰਗ ਪਲੇਟਫਾਰਮ ਤੇ ਖੜਾ, ਉਹਨੂੰ ਇੱਕ ਟ੍ਰੇਨ ਪਾਸ ਕਰਦੀ ਹੈ। ਉਹਨੂੰ ਪਾਸ ਕਰਦੀ ਹੈ 3 ਸੈਕਿੰਡ ਦੇ ਵਿੱਚ। ਇੱਕ ਹੋਰ ਟ੍ਰੇਨ ਹੈ, ਲੈਂਥ ਵੀ ਸੇਮ ਹੈ, ਉਹਨੂੰ 4 ਸੈਕਿੰਡ 'ਚ ਪਾਸ ਕਰਦੀ ਹੈ। ਠੀਕ ਹੈ ਜੀ। ਤਾਂ ਆਪਾਂ ਟ੍ਰੇਨ ਦੀ ਲੈਂਥ L ਸਪੋਜ਼ ਕਰ ਲਾਂਗੇ। ਤਾਂ ਦੇਖੋ ਉਹਦੀ ਟ੍ਰੇਨ ਦੀ ਸਪੀਡ ਕਿੰਨੀ ਹੈ ਜੀ? L/3 ਆ ਗਈ ਇੱਕ ਟ੍ਰੇਨ ਦੀ ਸਪੀਡ। ਇੱਕ ਟ੍ਰੇਨ ਦੀ ਸਪੀਡ ਕਿੰਨੀ ਆ ਗਈ? L/4 ਆ। ਤਾਂ ਜੋ ਹੁਣ ਉਹਨਾਂ ਨੇ ਆਪਸ 'ਚ ਪਾਰ ਕਰਨਾ ਹੈ, ਤਾਂ ਉਹਨਾਂ ਦੀ ਲੈਂਥ ਕਿੰਨੀ ਪਾਰ ਕਰਨੀ ਆ? ਉਹਨਾਂ ਦੀ ਲੈਂਥ ਦਾ ਐਡ ਹੋ ਜਾਊਗਾ, ਤਾਂ 2L ਆ ਜਾਊਗੀ ਜੀ। ਤਾਂ 2L ਡਿਵਾਈਡ ਬਾਈ 4L 3L 7L/12, 12 ਉੱਪਰ ਆ ਜਾਊਗਾ, ਆ ਕੈਂਸਲ ਹੋ ਜਾਊਗਾ। 24/7 ਆਪਣਾ ਆਂਸਰ ਹੈ। 7 ਜਾਂ 21, 4 7, ਸੌਰੀ ਉਰੇ ਵੀ ਕਿੰਨਾ ਆਊਗਾ? 3 ਆਊਗਾ। 21 3 24 ਹੁੰਦਾ। ਤਾਂ ਆਪਸ਼ਨ ਬੀ ਆਂਸਰ ਹੈ ਜੀ। ਅੱਗੇ ਦੇਖੋ ਜੀ, ਕੁਐਸਚਨ ਨੰਬਰ 73। Train A passes a lamp post in 9 seconds and 700 meter long platform in 30 seconds. How much time will the same train take to cross a platform which is 800 meter long? ਦੇਖੋ ਜੀ, ਇੱਕ ਟ੍ਰੇਨ ਨੇ ਲੈਂਪ ਪੋਸਟ ਨੂੰ ਪਾਰ ਕੀਤਾ 9 ਸੈਕਿੰਡ ਦੇ ਵਿੱਚ, ਮਤਲਬ ਕਿ 9 ਸੈਕਿੰਡ 'ਚ ਤਾਂ ਉਹਨੇ ਆਪਣੀ ਲੈਂਥ ਪਾਰ ਕੀਤੀ ਹੈ ਟ੍ਰੇਨ ਨੇ। ਅੱਗੇ ਦੇਖੋ ਜੀ, ਤਾਂ 700 ਮੀਟਰ ਉਹਨੇ ਲੌਂਗ ਪਲੇਟਫਾਰਮ ਪਾਰ ਕੀਤਾ 30 ਸੈਕਿੰਡ ਦੇ ਵਿੱਚ। 30 ਸੈਕਿੰਡ ਦੇ ਵਿੱਚ 9 ਸੈਕਿੰਡ ਤਾਂ ਟ੍ਰੇਨ ਨੇ ਆਪਣੀ ਲੈਂਥ ਪਾਰ ਕੀਤੀ ਹੈ। ਮਤਲਬ ਕਿ 700 ਮੀਟਰ ਲੌਂਗ ਪਲੇਟਫਾਰਮ ਨੂੰ ਪਾਰ ਕਰਨ ਦੇ ਲਈ ਟ੍ਰੇਨ ਨੇ ਕਿੰਨਾ ਟਾਈਮ ਲਿਆ? 21 ਸੈਕਿੰਡ ਦੇ। ਮਤਲਬ ਕਿ 21 ਸੈਕਿੰਡ 'ਚ ਕਿੰਨਾ ਪਾਸ ਕਰਦੀ ਹੈ ਟ੍ਰੇਨ? 700 ਮੀਟਰ। ਤਾਂ ਆਪਾਂ ਪਤਾ ਕਰਨਾ ਜੀ 800 ਮੀਟਰ ਲੌਂਗ ਪਲੇਟਫਾਰਮ ਨੂੰ ਪਾਰ ਕਰਨ ਦੇ ਲਈ ਕਿੰਨਾ ਟਾਈਮ ਲਊਗੀ। ਤਾਂ ਜੇ ਆਪਾਂ ਪਹਿਲਾਂ 800 ਮੀਟਰ ਨਿਕਾਲ ਲਈਏ, ਕਿਉਂਕਿ ਜਦੋਂ ਲੌਂਗ ਪਲੇਟਫਾਰਮ ਨੂੰ ਪਾਰ ਕਰੂਗੀ 800 ਮੀਟਰ ਨੂੰ, ਤਾਂ ਇੱਕ ਤਾਂ ਉਹਦਾ 800 ਮੀਟਰ ਪਾਰ ਕਰਨਾ, ਇੱਕ ਉਹਨੇ ਆਪਦੀ ਲੈਂਥ ਪਾਰ ਕਰਨੀ। ਮਤਲਬ ਕਿ 800 ਮੀਟਰ ਦੇ ਜਿੰਨਾ ਆਂਸਰ ਆਊਗਾ, ਉਹ 'ਚ ਆਪਾਂ ਨੂੰ 9 ਸੈਕਿੰਡ ਐਡ ਕਰਨੇ ਪੈਣਗੇ। ਠੀਕ ਹੈ ਜੀ। ਤਾਂ ਉਰੇ ਆਪਾਂ 7 ਤੇ ਡਿਵਾਈਡ ਕਰ ਦਿੰਦੇ ਹਾਂ 100 ਮੀਟਰ, ਉਰੇ ਆ ਜਾਊਗਾ 3। 100 ਮੀਟਰ ਨੂੰ ਕਿੰਨੇ 'ਚ ਪਾਰ ਕਰਦੀ? 3 ਸੈਕਿੰਡ 'ਚ। 800 ਮੀਟਰ ਨੂੰ ਪਾਰ ਕਰੂਗੀ ਉਹ 24 ਸੈਕਿੰਡ ਦੇ ਵਿੱਚ। ਤਾਂ ਹੁਣ 9 ਸੈਕਿੰਡ ਹੋਰ ਲਊਗੀ ਜੀ। ਆ ਲਓ ਜੀ, ਕਿੰਨਾ ਆਂਸਰ ਆ ਗਿਆ? 33 ਸੈਕਿੰਡ ਆਂਸਰ ਆ ਗਿਆ, ਆਪਸ਼ਨ ਸੀ। ਨੈਕਸਟ ਦੇਖੋ ਜੀ, ਕੁਐਸਚਨ ਨੰਬਰ 74। ਦੇਖੋ ਜੀ, ਜਿਸ ਕਿਸੇ ਨੂੰ ਇਸ ਸਪੀਡ ਨਾਲ ਕੁਐਸਚਨ ਸਮਝ ਨਹੀਂ ਆ ਰਹੇ, ਤਾਂ ਉਹ ਟਾਈਮ ਸਪੀਡ ਐਂਡ ਡਿਸਟੈਂਸ ਦੇ ਜੋ ਲੈਕਚਰਸ ਨੇ ਦੇਖ ਸਕਦਾ ਹੈ ਜੀ। ਠੀਕ ਹੈ ਜੀ। ਜਿੰਨੇ ਵੀ ਵੀਡੀਓਜ਼ ਅਪਲੋਡ ਹੋਈਆਂ ਹੋਈਆਂ ਮੇਰੇ ਚੈਨਲ 'ਤੇ, ਉਹ ਦੇਖ ਸਕਦਾ ਹੈ।
ਉਸ ਤੋਂ ਹੈਲਪ ਲਓ ਜੀ। ਬਾਕੀ ਇੱਕ ਮੇਰਾ ਟੈਲੀਗ੍ਰਾਮ ਗਰੁੱਪ, ਉੱਥੇ ਤੁਸੀਂ ਕੁਐਸਚਨ ਦੇਖ ਸਕਦੇ ਹੋਗੇ, ਕਾਫੀ ਸਾਰੇ ਕੁਝ ਕੁਐਸਚਨ ਪੈਂਦੇ ਨੇ ਡੇ ਵਾਈਜ਼। ਅੱਗੇ ਦੇਖੋ ਜੀ ਕੁਐਸਚਨ ਨੰਬਰ 74। ਹਾਂ ਜੀ, ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਇਸ ਤੋਂ ਬਾਅਦ ਮੈਂ ਜੋ SI ਦੇ ਐਗਜ਼ਾਮ ਹੋਏ ਨੇ ਸਾਰੇ ਪੰਜਾਬ ਪੁਲਿਸ ਦੇ, ਉਹ ਵੀ ਮੈਂ ਸੋਲਵ ਸਾਰੇ ਮੈਂ ਕਰ ਰਿਹਾ। ਇੱਕ ਵੀਡੀਓ ਅੱਜ ਮੈਂ ਅਪਲੋਡ ਕੀਤੀ ਹੈ, ਡੇਲੀ ਇੱਕ ਵੀਡੀਓ ਅਪਲੋਡ ਹੋਈ ਜਾਊ, ਕਿਉਂਕਿ ਪੇਪਰ ਕਾਫੀ ਨੇ ਉਹ। ਤਾਂ ਠੀਕ ਹੈ ਜੀ, ਤਾਂ ਉੱਥੇ ਤੁਸੀਂ ਹੈਲਪ ਲੈ ਸਕਦੇ ਹੋਗੇ ਜੋ ਨੈਕਸਟ ਐਗਜ਼ਾਮ ਆਉਣਗੇ। ਅੱਗੇ ਦੇਖੋ ਜੀ ਕੁਐਸਚਨ ਨੰਬਰ 74। Consider the following statement. If the sum of money is lent at simple interest, then simple interest ਤੇ ਮਨੀ ਦਿੱਤੀ ਹੈ, money gets double in 5 year, ਜੇ ਰੇਟ ਕਹਿੰਦਾ ਇੰਨੀ ਹੋਊਗੀ। ਤਾਂ ਦੇਖੋ ਜੀ ਇਹਦਾ ਮਤਲਬ ਕੀ ਹੈ, 50/3 ਹੈ ਕਿ ਜੇ ਆਪਾਂ 5 ਨਾਲ ਮਲਟੀਪਲਾਈ ਕਰਾਂਗੇ ਕੀ ਇਹ 100% ਆਉਂਦਾ? ਨਹੀਂ ਆਉਂਦਾ। ਠੀਕ ਹੈ, ਜਦੋਂ ਆਪਾਂ ਨੂੰ 100% ਇੰਟਰਸਟ ਮਿਲੂ ਉਹਦੀ ਹੋਊਗਾ ਜੀ ਇਹ ਚੀਜ਼ ਤਾਂ। ਮਨੀ ਗੈਟ ਡਬਲ ਇਨ 5 year ਇਫ ਰੇਟ ਆਫ ਇੰਟਰਸਟ ਇਜ਼ 20%, ਇਹ ਬਿਲਕੁਲ ਠੀਕ ਹੈ ਜੀ, 20/500। ਮਨੀ ਬਿਕਮਸ 4 ਟਾਈਮ ਇਨ 10 year ਇਫ ਇਟ ਗੈਟ ਡਬਲ ਇਨ 5 year, ਜੇ ਕਹਿੰਦਾ 5 ਸਾਲ 'ਚ ਡਬਲ ਹੁੰਦੀ ਹੈ ਤਾਂ 10 ਸਾਲ 'ਚ ਕਹਿੰਦਾ 4 ਟਾਈਮ ਹੋਊਗੀ। ਨਹੀਂ ਜੀ, ਇਹ ਚੀਜ਼ ਗਲਤ ਹੈ। ਦੇਖੋ ਜੇ 5 ਸਾਲ 'ਚ 1 ਤੋਂ 2 ਹੋਈ ਹੈ, ਮਤਲਬ ਕਿ 1 ਰੁਪਏ ਇੰਟਰਸਟ ਮਿਲਿਆ, ਤਾਂ ਅਗਲੇ 5 ਸਾਲ 'ਚ ਉਹਨੂੰ 1 ਰੁਪਏ ਇੰਟਰਸਟ ਮਿਲੂ ਤਾਂ ਟ੍ਰਿਪਲ ਹੋਊਗੀ, 4 ਟਾਈਮਸ ਨਹੀਂ ਹੋਊਗੀ। ਤਾਂ ਆਪਸ਼ਨ 3 ਗਲਤ ਹੈ, ਇਕੱਲੀ ਸਿਰਫ ਆਪਸ਼ਨ 2 ਸਹੀ ਹੈ ਜੀ, ਆਪਸ਼ਨ B ਆਂਸਰ ਹੈ ਆਪਣਾ। ਅੱਗੇ ਦੇਖੋ ਜੀ ਕੁਐਸਚਨ ਨੰਬਰ 75। क्वेश्चन नंबर 75 है जी। द इंटरेस्ट अर्नड ऑन ₹4000 in scheme A for 2 year at 7% per annum simple interest is half of the interest earned when X is invested for the 5 year in the same scheme at the same rate of interest. What is the value of X? देखो जी क्या कहना, 4000 रुपये इंटरस्ट मिल गया किसे प्रिंसीपल ते मिलिया होगा। इन स्कीम A for 2 year at 7% per annum simple interest is half, ਜਿਹੜਾ ਇਹ ਇੰਟਰਸਟ ਹੈ ਇਹ ਹਾਫ ਹੈ when X is invested for 5 year in the same scheme at the same rate of interest, what is the value of X? देखो जी बहुत ईजीएस्ट क्वेश्चन है, ਤਾਂ ਕੁਛ ਲਿਖਣ ਦੀ ਵੀ ਲੋੜ ਨਹੀਂ ਸ਼ਾਇਦ। ਦੇਖੋ ਜੀ ਕੀ ਕਿਹਾ ਹੈ, ਕਹਿੰਦਾ ਇੱਕ ਤਾਂ ਇਹ ਸਕੀਮ ਹੈ ਉਹ 'ਚ ਉਹਨੂੰ 4000 ਰੁਪਏ ਇੰਟਰਸਟ ਮਿਲਿਆ when invested in the scheme A for 2 year। ਦੇਖੋ ਜੀ ਮੈਂ ਇਹਨੂੰ ਲਿਖ ਰਿਹਾ, 4000 ਇੰਟਰਸਟ ਮਿਲਿਆ, ਪ੍ਰਿੰਸੀਪਲ ਤੇ ਰੇਟ 7% ਸੀ, ਟਾਈਮ ਕਿੰਨਾ ਸੀ 2 ਸਾਲ। ਠੀਕ ਹੈ ਜੀ, ਇਸ ਚੀਜ਼ ਦਾ 4000 ਇੰਟਰਸਟ ਮਿਲ ਗਿਆ। ਜਿਹੜਾ ਇੰਟਰਸਟ ਹੈ ਇਜ਼ ਹਾਫ ਆਫ ਦਾ ਇੰਟਰਸਟ, ਇਹ ਹਾਫ ਹੈ, ਮਤਲਬ ਕਿ ਦੂਜੀ ਸਕੀਮ 'ਚ ਕਿੰਨਾ ਇੰਟਰਸਟ ਮਿਲਿਆ ਹੋਊਗਾ, 8000 ਮਿਲਿਆ ਹੋਊਗਾ ਵੈਨ ਰੁਪੀਜ਼ X ਇਨਵੈਸਟਡ। ਤਾਂ ਉਰੇ ਜਿਹੜਾ ਇਨਵੈਸਟ ਕੀਤਾ ਹੈ ਕੁਝ X ਰੁਪੀਜ਼ ਨੇ ਇਨਵੈਸਟ ਕੀਤੇ ਹੋਏ ਫੋਰ 5 ਈਅਰ, ਟਾਈਮ ਕਿੰਨਾ ਹੈ ਜੀ 5 ਸਾਲ, ਟਾਈਮ 5 ਸਾਲਾਂ ਲਈ ਫੋਰ ਦਾ ਸੇਮ ਸਕੀਮ ਐਟ ਸੇਮ ਰੇਟ ਆਫ ਇੰਟਰਸਟ। ਵਾਟ ਇਜ਼ ਦਾ ਵੈਲਿਊ ਆਫ X? ਤਾਂ ਆਪਾਂ X ਦੀ ਵੈਲਿਊ ਪਤਾ ਕਰਨੀ। ਦੇਖੋ ਜੀ ਇਹਨੂੰ ਪਹਿਲਾਂ ਆਪਾਂ ਨੂੰ P ਨਿਕਾਲਣਾ ਹੀ ਪਊਗਾ, P ਵੀ ਨਿਕਾਲਣ ਦੀ ਲੋੜ ਨਹੀਂ, ਇੱਥੋਂ ਆਪਾਂ ਨੂੰ ਸਿੱਧਾ X ਪਤਾ ਕਰਾਂਗੇ। 7% ਗੁਣਾ 5 35%, ਤਾਂ ਕਿਹਦਾ 35% ਕਿੰਨਾ ਹੈ 8000 ਹੈ। ਕਿਸ ਚੀਜ਼ ਦਾ, ਆਈ ਥਿੰਕ दोबारा पढ़ते हैं स्टेटमेंट में द इंटरेस्ट अर्नड ऑन, ठीक है जी ठीक है, सिंपल इंटरेस्ट उरे है, उरे 4000 है, उन 4000 ਦੇ ਮਿਲਿਆ 7% ਦੇ 2 ਸਾਲ ਦਾ ਇੰਟਰਸਟ। ਤਾਂ ਕਿੰਨਾ ਇੰਟਰਸਟ ਮਿਲ ਜੂਗਾ ਜੀ ਇਹ 14% ਮਿਲੂਗਾ, 7 ਨੂੰ 14%, ਤਾਂ 560 ਰੁਪਏ ਇੰਟਰਸਟ ਮਿਲ ਜੂਗਾ। ਕਹਿੰਦਾ ਜਿਹੜਾ ਇੰਟਰਸਟ ਹੈ ਇਹ ਹਾਫ ਮਿਲਿਆ, ਇਜ਼ ਹਾਫ ਆਫ ਦਾ ਇੰਟਰਸਟ, ਮਤਲਬ ਕਿ ਦੂਜੀ ਸਕੀਮ 'ਤੇ ਕਿੰਨਾ ਇੰਟਰਸਟ ਮਿਲਦਾ ਉਹਨੂੰ 56 ਦੁਣਾ 128, 1280 ਰੁਪਏ ਇੰਟਰਸਟ ਮਿਲਦਾ ਹੈ। ਜਦੋਂ ਉਹਨੇ X ਰੁਪਏ ਇਨਵੈਸਟ ਕੀਤੇ ਨੇ 5 ਸਾਲਾਂ ਲਈ, ਸੇਮ ਰੇਟ ਹੈ 7%, ਤਾਂ ਹੁਣ ਕਿਹਦਾ 35% ਕੀ ਹੈ 1280 ਹੈ, X ਦਾ 35% 1280 ਆ ਚੀਜ਼। ਤਾਂ 5 ਤੇ ਕੈਂਸਲ ਕਰ ਦਿੰਦੇ ਹਾਂ ਜੀ ਆਪਾਂ, ਉਰੇ 7 ਆ ਜਾਊਗਾ, ਉਰੇ ਆ ਜਾਊਗਾ 7 ਦੂਣੀ 5 ਦੇ 5 ਦੂਣੀ 10 28 25, ਉਰੇ ਆਏਗਾ 56। ਤਾਂ ਉਰੇ ਵੀ ਥੋੜੀ ਜਿਹੀ ਮਿਸਟੇਕ ਹੋ ਰਹੀ ਹੈ ਆਪਣੇ ਤੋਂ, ਦੁਬਾਰਾ ਪੜ੍ਹਦਾ ਜੀ ਮੈਂ क्वेश्चन ਨੂੰ, ਕਾਫੀ ਟਾਈਮ ਗਲਤ ਹੋ ਗਿਆ ਹੈ। द इंटरेस्ट अर्नड ऑन 4000 when invested in scheme A for 2 year at 7% is half of the interest, ਇਹ ਹਾਫ ਹੈ, ਮਤਲਬ ਜਿਹੜਾ ਬਾਅਦ ਵਾਲਾ ਉਹ ਡਬਲ ਹੈ। when X invested for the 5 year, X ਦੇ ਉੱਪਰ 5 ਸਾਲ ਦੇ ਲਈ 7% ਦਾ ਇੰਟਰਸਟ, ਜਿਹੜਾ ਇਹ ਇੰਟਰਸਟ ਹੈ ਇਜ਼ ਹਾਫ,
ਤਾਂ ਇਹਦਾ ਹਾਫ, ਕਿਹਦਾ ਹਾਫ ਹੈ ਜੀ? 556 ਦਾ ਡਬਲ ਹੁੰਦਾ 112 ਹੁੰਦਾ। ਮੈਂ ਗਲਤ ਕਰ ਗਿਆ, ਠੀਕ ਹੈ ਜੀ। 1120 ਆਊਗਾ। ਤਾਂ ਕਿਹਦਾ 35% 1120 ਹੈ, ਇਹ ਚੀਜ਼ ਆਪਾਂ ਪਤਾ ਕਰਨੀ ਹੈ। ਤਾਂ ਮੈਂ 5 ਤੇ ਕੈਂਸਲ ਕਰੂੰਗਾ ਜੀ, 7 ਆ ਜੂ, ਉਰੇ 20 ਆ ਜੂਗਾ। ਤਾਂ ਉਰੇ ਆ ਜੂਗਾ 7 × 7 160। ਤਾਂ 20 ਇੱਧਰ ਮਲਟੀਪਲਾਈ ਹੋ ਜੂਗਾ, 3200 ਆ ਜੂਗਾ। ਮਤਲਬ ਕਿ ਬਹੁਤ ਈਜ਼ੀਐਸਟ ਕੁਐਸਚਨ ਸੀਗਾ, ਲੈਂਗੁਏਜ ਕਰਕੇ ਥੋੜੀ ਜਿਹੀ ਪ੍ਰੋਬਲਮ ਆ ਗਈ, ਠੀਕ ਹੈ ਜੀ। ਅੱਗੇ ਦੇਖੋ ਕੁਐਸਚਨ ਨੰਬਰ 76। A sum of rupees 12,000 deposit at compound interest become double after 5 year. After 20 year it will become। देखो जी 12,000 ਦਾ ਕੀ ਹੋ ਗਿਆ, ਡਬਲ ਹੋ ਗਿਆ 5 ਸਾਲਾਂ ਬਾਅਦ। ਦੇਖੋ ਜੀ ਮੈਂ ਇਹਨੂੰ ਕਿਵੇਂ ਕਰੂੰਗਾ, 12,000 ਤਾਂ ਡਬਲ ਹੋ ਰਿਹਾ 5 ਸਾਲਾਂ ਬਾਅਦ, ਮਤਲਬ ਕਿ 1 ਤੋਂ 2 ਬਣ ਗਿਆ। ਹੁਣ 20 ਸਾਲਾਂ ਬਾਅਦ ਪੁੱਛਿਆ ਹੈਗਾ, ਤਾਂ ਅਗਲੇ 5 ਸਾਲ 'ਚ ਇਹ 2 ਤੋਂ 4 ਬਣ ਜੂ, ਅਗਲੇ 5 ਸਾਲ 4 ਤੋਂ 8 ਬਣ ਜੂ, ਅਗਲੇ 5 ਸਾਲ 'ਚ ਇਹ 8 ਤੋਂ 16 ਬਣ ਜੂਗਾ। ਮਤਲਬ ਕਿ 1:16 ਬਣੂਗੀ ਫਾਈਨਲੀ। ਤਾਂ 12,000 ਨੂੰ 16 ਨਾਲ ਮਲਟੀਪਲਾਈ ਕਰਨੀ ਪਊਗੀ। 12 ਨੂੰ 16 ਨਾਲ ਕਰਦੇ ਹਾਂ ਜੀ ਆਪਾਂ, ਆਈ ਥਿੰਕ 192 ਹੁੰਦਾ ਇਹ, 6 ਦੂਣੀ 16 ਦੂਣਾ 32, 192। ਤਾਂ 192 ਦੇ ਪਿੱਛੇ 3 ਜ਼ੀਰੋਆਂ ਲੱਗ ਜਾਣਗੀਆਂ ਜੀ, ਇੰਨਾ ਬਣ ਜੂਗਾ, ਠੀਕ ਹੈ ਜੀ। ਕਿਉਂਕਿ ਜੋ 1 ਰੁਪਇਆ ਜੇ 16 ਬਣਦਾ ਹੈ ਤਾਂ 12,000 ਕਿੰਨੇ ਬਣੂਗਾ, 12,000 ਗੁਣਾ 16। ਅੱਗੇ ਦੇਖੋ ਜੀ ਕੁਐਸਚਨ ਨੰਬਰ 77। The difference between compound interest and simple interest on certain sum of money for 3 years at 5% per annum is 122. Find the sum invested। देखो जी की गिवन है, अपन डिफरेंस गिवन है CI ਤੇ SI ਦਾ, ਰੇਟ 5% ਦੀ, ਰੇਟ ਤੇ 122 ਹੈ, ਆਪਾਂ ਨੇ ਸਮ ਪਤਾ ਕਰਨਾ ਹੈ। ਦੇਖੋ ਜੀ ਮੈਂ ਇਹਨੂੰ ਕਿਵੇਂ ਕਰ ਦਿੰਦਾ ਇਸ ਕੁਐਸਚਨ ਨੂੰ, ਬਹੁਤ ਈਜ਼ੀ ਵੇ ਨਾਲ। 5% ਦਾ ਕੀ ਮੀਨਿੰਗ ਹੁੰਦਾ, 1/20। ਮਤਲਬ ਕਿ ਮੈਂ ਸਪੋਜ਼ ਕਰ ਰਿਹਾ ਜੀ ਮੇਰੇ ਪਹਿਲੇ ਸਾਲ ਦਾ ਇੰਟਰਸਟ ਕੁਝ ਹੋਊਗਾ, ਫਿਰ ਕੁਝ ਹੋਊਗਾ, ਠੀਕ ਹੈ ਜੀ, ਉਰੇ ਵੀ ਕੁਝ ਇੰਟਰਸਟ ਹੋਊਗਾ। ਤਾਂ ਜੇ ਮੇਰੀ ਆਹ ਵੈਲਿਊ 20 ਹੈ, ਮਤਲਬ ਕਿ ਜੇ ਮੇਰਾ 2 ਸਾਲ ਦਾ ਇਹ ਆਹ ਚੀਜ਼ ਮੇਰੀ ਵੈਲਿਊ ਕੀ ਹੈ, ਪਹਿਲੇ ਸਾਲ ਦਾ ਸਿੰਪਲ ਇੰਟਰਸਟ, ਦੂਜੇ ਸਾਲ ਦਾ ਸਿੰਪਲ, ਤੇ ਇਹਦਾ 5%, ਮੈਂ 20 ਸਪੋਜ਼ ਕਰ ਲਿਆ। ਤਾਂ ਉਰੇ ਵੀ 20 ਆਊਗਾ ਜੀ, ਉਰੇ ਵੀ 20 ਆਊਗਾ। ਜਿਹਨੇ ਵੀ ਇਹ ਕੁਐਸਚਨ ਕੀਤੇ ਨੇ ਇਸ ਟਾਈਪ ਨਾਲ, ਇਸ ਤਰ੍ਹਾਂ ਕਰਦੇ ਹਾਂ ਜੀ ਆਪਾਂ, ਉਰੇ 1 ਆ ਜਾਊਗਾ। ਤਾਂ ਇਹ 61 ਬਣ ਗਿਆ। 61 ਦੀ ਵੈਲਿਊ ਕਿੰਨੀ ਆ ਗਈ, 122 ਆ ਗਈ। ਤਾਂ 20 ਦੀ ਵੈਲਿਊ ਕਿੰਨੀ ਆ ਜਾਊਗੀ, 40 ਆ ਜਾਊਗੀ। ਮਤਲਬ ਕਿ ਮੇਰਾ 2 ਸਾਲ ਦਾ ਡਿਫਰੈਂਸ ਕਿੰਨਾ ਹੈਗਾ, 40 ਰੁਪੀਜ਼। ਤਾਂ 2 ਸਾਲ ਦਾ ਡਿਫਰੈਂਸ ਦਾ ਫਾਰਮੂਲਾ ਕੀ ਹੁੰਦਾ, 40, ਇਹ ਆ ਜਾਊਗਾ ਪੀ ਸਕੁਆਇਰ, ਸੌਰੀ ਡਿਫਰੈਂਸ ਇਕੁਅਲ ਟੂ ਕੀ ਹੁੰਦਾ, ਪੀ। ਆਰ ਕਿੰਨੀ ਹੈ ਜੀ, 5 ਹੈ, 25 ਬਾਈ 100 × 100, ਇਹ ਆ ਜਾਊਗਾ ਜੀ 400। 400 ਇੱਧਰ ਮਲਟੀਪਲਾਈ 16,000 ਮੇਰੇ ਕੋਲ ਕੀ ਆ ਜਾਊਗਾ, ਪ੍ਰਿੰਸੀਪਲ ਆ ਜਾਊਗਾ, ਆਪਸ਼ਨ ਸੀ, ਠੀਕ ਹੈ ਜੀ। ਤਾਂ ਸਿੰਪਲ ਇੰਟਰਸਟ ਤੇ ਕੰਪਾਊਂਡ ਇੰਟਰਸਟ ਦਾ ਡਿਫਰੈਂਸ ਨਿਕਾਲਣ ਦਾ, ਡਿਫਰੈਂਸ ਗਿਵਨ ਹੋਵੇ ਤਾਂ ਪੀ ਕੱਢਣ ਦਾ ਬਹੁਤ ਈਜ਼ੀਐਸਟ ਵੇ ਹੈ। ਸਾਰੇ ਕੁਐਸਚਨ ਠੀਕ ਹੁੰਦੇ ਨੇ ਜੀ। ਅੱਗੇ ਦੇਖੋ ਜੀ ਕੁਐਸਚਨ ਨੰਬਰ 78। For a certain month, the date of 3 of Sundays are even number, then 15 of the month falls on। ਕਹਿੰਦਾ ਕਿਸੇ ਮੰਥ ਦੇ ਵਿੱਚ ਕਹਿੰਦਾ ਜਿਹੜੇ 3 ਸੰਡੇ ਨੇ ਉਹ ਈਵਨ ਨੰਬਰ ਤੇ ਨੇ, ਤਾਂ ਕਹਿੰਦਾ then the 15th of that month falls on। ਦੇਖੋ ਜੀ ਈਵਨ ਨੰਬਰ ਤੇ ਜੇ, ਤਾਂ ਪੰਜਾਬੀ 'ਚ ਕੀ ਲਿਖਿਆ ਹੈ, ਖਾਸ ਮਹੀਨੇ ਵਿੱਚ 3 ਐਤਵਾਰ ਦੀ ਤਰੀਕਾਂ ਜਿਸ ਅੰਕ ਵਿੱਚ ਆਉਂਦੀਆਂ ਹਨ, ਠੀਕ ਹੈ ਜੀ। ਤਾਂ ਦੇਖੋ ਕਿਵੇਂ ਕਰਾਂਗੇ ਜੀ ਇਸ ਕੁਐਸਚਨ ਨੂੰ, ਸੋਚਣਾ ਪਊਗਾ ਜੀ ਇਸ ਨੂੰ। ਤਾਂ ਦੇਖੋ ਜੀ ਪਹਿਲਾ ਸੰਡੇ 4 ਨੂੰ ਆਇਆ, ਅਗਲਾ ਸੰਡੇ 11 ਨੂੰ ਆਊਗਾ, ਕੋਈ ਵੀ ਆਪਾਂ ਐਗਜ਼ਾਮਪਲ ਲੈ ਰਹੇ ਹਾਂ ਇੱਕ, ਅਗਲਾ ਸੰਡੇ 18 ਨੂੰ ਆਊਗਾ, ਫਿਰ ਉਦੋਂ ਅਗਲਾ ਸੰਡੇ 25 ਨੂੰ ਆਊਗਾ। ਤਾਂ 32 ਹੁੰਦਾ ਨਹੀਂ ਹੈ, ਛੱਡਤਾ ਜੀ। ਤਾਂ ਮੈਂ ਕਿਉਂਕਿ ਉਰੇ 2 ਹੀ ਸੰਡੇ ਮੇਰੇ ਈਵਨ 'ਚ ਆਏ ਨੇ, ਤਾਂ ਮੈਂ ਹੁਣ ਡੇਟ ਲੈ ਲਈ 3। ਤਾਂ ਜੇ ਮੇਰਾ 3 ਨੂੰ ਸੰਡੇ ਆਇਆ ਤਾਂ ਸੰਡੇ 10 ਨੂੰ ਆਊਗਾ, ਸੰਡੇ 17 ਨੂੰ ਆਊਗਾ, ਸੰਡੇ 24 ਨੂੰ ਆਊਗਾ, ਸੰਡੇ 31 ਨੂੰ ਆਊਗਾ। ਇਹ ਵੀ ਮੇਰਾ ਗਲਤ ਹੋ ਗਿਆ ਜੀ, ਕਿ ਮੇਰੇ 2 ਪਲੇਸਿਸ ਤੇ ਈਵਨ ਆਏਗਾ। ਤਾਂ ਹੁਣ ਜੇ ਮੈਂ ਸੰਡੇ 2 ਨੂੰ ਲਵਾਂ, ਸੰਡੇ ਫਿਰ 9 ਨੂੰ ਆਊਗਾ, ਸੰਡੇ ਫਿਰ 16 ਨੂੰ ਆਊਗਾ, 23 ਨੂੰ ਆਊਗਾ, 30 ਨੂੰ ਆਊਗਾ। ਦੇਖੋ ਜੀ ਮੇਰੇ 3 ਸੰਡੇ ਈਵਨ ਤੇ ਆ ਗਏ। ਤਾਂ 15 ਦਾ ਕੀ ਹੋਊਗਾ, ਸ਼ਨੀਵਾਰ ਹੋਊਗਾ, ਸੈਟਰਡੇ ਆਂਸਰ ਹੈ ਜੀ ਮੇਰਾ। ਇੰਨਾ ਹੀ ਕੰਮ ਸੀ, ਇੱਕ ਐਗਜ਼ਾਮਪਲ ਲੈ ਕੇ ਹੀ ਸੋਲਵ ਕਰਨਾ ਸੀਗਾ। ਅੱਗੇ ਦੇਖੋ ਜੀ ਕੁਐਸਚਨ ਨੰਬਰ 79। On what date of March 2005 did Friday fall। ਕਹਿੰਦਾ on what date, ਕਿਹੜੀ ਡੇਟ ਨੂੰ ਮਾਰਚ 2005 ਦੇ ਵਿੱਚ ਫਰਾਈਡੇ ਕੀ ਹੋਊਗਾ, ਫਾਲ ਕਰੂਗਾ, ਕਿਹੜੀ ਕਿਹੜੀ ਤਰੀਕ ਨੂੰ ਸ਼ੁੱਕਰਵਾਰ ਹੋਊਗਾ। ਆਹ ਚੀਜ਼ ਪੁੱਛੀ ਹੈ ਜੀ ਇਹਨਾਂ ਨੇ ਆਪਾਂ ਨੂੰ।
ਤਾਂ ਪਹਿਲਾਂ ਆਪਾਂ ਨੂੰ 1 ਮਾਰਚ 2005 ਨੂੰ ਡੇਟ ਨਿਕਾਲਣੀ ਪਊਗੀ ਜੀ, ਕਿਹੜੀ ਹੋਊਗੀ। ਤਾਂ ਉਹਦੇ ਵਾਸਤੇ ਇੱਕ ਬਿਲਕੁਲ ਸਿੰਪਲ ਮੈਥਡ ਹੈ, ਉਹ ਆਪਾਂ ਦੇਖਦੇ ਹਾਂ ਜੀ ਕੀ। ਤਾਂ ਜੇ ਆਪਾਂ 1 ਮਾਰਚ 2005 ਨੂੰ ਨਿਕਾਲ ਲਿਆ ਵੀ ਡੇ ਕਿਹੜਾ ਸੀ, ਫਿਰ ਆਪਾਂ ਸ਼ੁੱਕਰਵਾਰ ਨਿਕਾਲ ਲਾਂਗੇ ਕਦੋਂ ਹੋਊਗਾ, ਫਰਾਈਡੇ। ਫਿਰ ਆਪਾਂ ਉਹਦੇ 7 ਐਡ ਕਰੀ ਜਾਵਾਂਗੇ, ਇਹ ਚੀਜ਼ ਹੋ। ਤਾਂ ਆਪਣਾ ਮੇਨ ਮੋਟਿਵ ਕੀ ਹੈ ਕਿ ਆਪਾਂ 1 ਮਾਰਚ 2005 ਨੂੰ ਡੇ ਕਿਹੜਾ ਸੀ ਉਹ ਨਿਕਾਲਣਾ ਜੀ ਆਪਾਂ ਨੇ। ਬਹੁਤ ਸਿੰਪਲ ਹੈ ਜੀ। ਇਹਦੇ ਵਾਸਤੇ ਆਪਾਂ ਔਡ ਡੇਜ਼ ਦਾ ਕੰਸੈਪਟ ਯੂਜ਼ ਕਰਾਂਗੇ। ਦੇਖੋ ਜੀ, ਪਹਿਲੇ ਸੰਨ 2000 ਦੇ ਵਿੱਚ ਕਿੰਨੇ ਔਡ ਡੇ ਹੋਣਗੇ, 0 ਔਡ ਡੇ ਹੈ ਜੀ, ਕਿਉਂਕਿ ਠੀਕ ਹੈ ਜੀ। ਉਸ ਤੋਂ ਅੱਗੇ ਦੇਖੋ, ਅਗਲੇ ਜਿਹੜੇ 400 ਸਾਲ ਨੇ, ਸੌਰੀ 2000 ਦਾ ਆਪਣਾ ਪੂਰਾ ਹੋ ਗਿਆ ਜੀ ਕੰਪਲੀਟ। ਹੁਣ ਜਿਹੜੇ 4 ਸਾਲ ਨੇ 2004 ਤੱਕ, ਹੁਣ 2001 ਤੋਂ ਲੈ ਕੇ 2004 ਤੱਕ, ਇੱਕ ਤਾਂ ਲੀਪ ਈਅਰ ਹੈ। ਲੀਪ ਈਅਰ 'ਚ ਕਿੰਨੇ ਔਡ ਡੇ ਹੁੰਦੇ ਨੇ, 2 ਹੁੰਦੇ ਨੇ। ਇੱਕ ਨੌਨ ਲੀਪ, ਬਾਕੀ ਤਿੰਨ ਕੀ ਨੇ, ਨੌਨ ਲੀਪ ਈਅਰ ਨੇ, ਉਹ 'ਚ ਇੱਕ ਔਡ ਡੇ ਹੁੰਦਾ। ਟੋਟਲ ਔਡ ਡੇ ਕਿੰਨੇ ਹੋ ਗਏ, 5 ਔਡ ਡੇ ਹੋ ਗਏ। ਠੀਕ ਹੈ ਜੀ, 5 ਔਡ ਡੇ ਹੋ ਗਏ ਇਹ 31 ਦਸੰਬਰ 2004 ਤੱਕ। ਉਸ ਤੋਂ ਅੱਗੇ ਦੇਖੋ ਜੀ, ਉਸ ਤੋਂ ਬਾਅਦ ਆਪਾਂ ਅੱਗੇ ਹੋਰ ਡੇਜ਼ ਨਿਕਾਲਾਂਗੇ। ਹੁਣ ਮੰਥ ਆ ਗਿਆ ਜਨਵਰੀ ਦਾ, ਫੈਬ ਦਾ, 2005 28 ਦਿਨ ਹੋਣਗੇ। ਮਾਰਚ ਦਾ, ਮਾਰਚ ਹਜੇ ਆਪਾਂ ਬਾਅਦ 'ਚ ਕਰਦੇ ਹਾਂ ਕੰਸੀਡਰ, ਪਹਿਲਾਂ ਆਪਾਂ 28 ਫੈਬ ਨੂੰ ਡੇ ਕੱਢਾਂਗੇ। ਜਾਂ ਫਿਰ ਆਪਾਂ 1 ਮਾਰਚ ਲਿਖ ਲੈਂਦੇ ਹਾਂ, 1 ਮਾਰਚ। 1 ਮਾਰਚ ਦੇ ਵਿੱਚ ਇੱਕ ਔਡ ਡੇ ਆ ਗਿਆ, ਤਾਂ ਉਰੇ ਕਿੰਨੇ ਨੰਬਰ ਆਫ ਔਡ ਡੇ ਨੇ, 3। ਉਰੇ ਕਿੰਨੇ ਔਡ ਡੇ ਨੇ, 0। ਉਰੇ ਕਿੰਨੇ ਔਡ ਡੇ ਨੇ, 1। ਤਾਂ ਟੋਟਲ 4 ਔਡ ਡੇ ਉਰੇ ਹੋ ਗਏ, 5 ਪਹਿਲਾਂ ਸੀ, ਟੋਟਲ 9 ਔਡ ਡੇਜ਼ ਹੋ ਗਏ। ਤਾਂ 9 ਡੇਜ਼ ਦੇ ਵਿੱਚ 7 ਡੇ ਦਾ ਇੱਕ ਵੀਕ ਬਣਦਾ, ਤਾਂ 2 ਆਪਣੇ ਕੋਲ ਵੈਲਿਊ ਆ ਗਈ। 2 ਦਾ ਮਤਲਬ ਕੀ ਹੁੰਦਾ ਜੀ, ਮੰਗਲਵਾਰ, ਟਿਊਜ਼ਡੇ। ਠੀਕ ਹੈ ਜੀ, ਮੰਗਲਵਾਰ, ਟਿਊਜ਼ਡੇ, ਮਤਲਬ ਕਿ 1 ਮਾਰਚ ਨੂੰ ਕੀ ਸੀਗਾ, ਟਿਊਜ਼ਡੇ ਸੀਗਾ, ਮੰਗਲਵਾਰ ਸੀਗਾ। 2 ਮਾਰਚ ਨੂੰ ਕੀ ਹੋਊਗਾ, ਤਾਂ 1 ਮਾਰਚ ਦੀ ਡੇ ਆ ਗਈ, 1 ਮਾਰਚ। 2 ਨੂੰ ਕੀ ਹੋਊਗਾ, ਬੁੱਧਵਾਰ। 3 ਨੂੰ ਸ਼ੁੱਕਰਵਾਰ। ਠੀਕ ਹੈ ਜੀ, ਸੌਰੀ 1 ਨੂੰ ਮੰਗਲਵਾਰ, 2 ਨੂੰ ਬੁੱਧਵਾਰ, 3 ਨੂੰ ਵੀਰਵਾਰ, 4 ਨੂੰ ਸ਼ੁੱਕਰਵਾਰ। ਤਾਂ 4 ਨੂੰ ਸ਼ੁੱਕਰਵਾਰ ਹੈ ਜੀ, ਤਾਂ ਉਦੋਂ ਬਾਅਦ ਆਪਸ਼ਨ ਏ ਆਪਣੇ ਕੋਲ ਕੀ ਆਂਸਰ ਹੈ। ਤਾਂ ਔਡ ਡੇਜ਼ ਦਾ ਜੋ ਕੰਸੈਪਟ ਹੈ ਇਹ ਨਾ ਕਦੇ ਵੀ ਭੁੱਲਿਓ। ਮੈਂ ਇਸ 'ਤੇ ਇੱਕ ਜਲਦੀ ਇੱਕ ਵੀਡੀਓ ਅਪਲੋਡ ਕਰੂੰਗਾ ਇਸ ਟੌਪਿਕ 'ਤੇ। ਅੱਗੇ ਦੇਖੋ ਜੀ, ਕੁਐਸਚਨ ਨੰਬਰ 80। At what time between 4 and 5 o'clock will the hands of the watch point in the opposite direction? Opposite direction ਦਾ ਮਤਲਬ ਕੀ ਹੁੰਦਾ ਕਿ 180 ਦਾ ਐਂਗਲ ਬਣਦਾ ਉਹਨਾਂ ਵਿਚਕਾਰ, ਤਾਂ ਕਦੋਂ 180 ਦਾ ਐਂਗਲ ਬਣਾਉਣਗੇ। ਦੇਖੋ ਜੀ, ਬਹੁਤ ਈਜ਼ੀਐਸਟ ਕੁਐਸਚਨ ਹੈ ਵੀ। 180 ਦਾ ਐਂਗਲ ਜੇ ਬਣਾਉਣਾ ਤਾਂ 30 ਮਿੰਟ ਦਾ ਉਹਨੂੰ ਐਕਸਟਰਾ ਅੱਗੇ ਨਿਕਲਣਾ ਹੋਊਗਾ ਮਿੰਟ ਹੈਂਡ, ਸੌਰੀ ਆਰ ਹੈਂਡ ਨੂੰ, ਸੌਰੀ ਮਿੰਟ ਹੈਂਡ ਨੂੰ। ਤਾਂ ਹੁਣ ਮਿੰਟ ਹੈਂਡ ਜੋ ਹੈ, ਪਹਿਲਾਂ ਤਾਂ ਉਹਨੇ ਦੇਖੋ ਕੀ ਕੰਡੀਸ਼ਨ ਹੈ ਆਪਣੇ ਕੋਲ, 4 ਵਜੇ ਹੋਏ ਨੇ, ਮਤਲਬ ਕਿ 20 ਮਿੰਟ ਤਾਂ ਇੱਥੇ ਹੀ ਅੱਗੇ ਹੈ। 180 ਦਾ ਐਂਗਲ ਬਣਾਉਣ ਵਾਸਤੇ ਉਹਨੂੰ 20 ਮਿੰਟ ਤਾਂ ਕਵਰ ਕਰਨੇ ਪੈਣਗੇ। 20 ਮਿੰਟ ਇਹ ਗੇਨ ਕਰਨੇ ਪੈਣਗੇ, 30 ਮਿੰਟ ਇਹਨੂੰ ਹੋਰ ਗੇਨ ਕਰਨੇ ਪੈਣਗੇ, ਇਹਨੂੰ ਕੁੱਲ ਮਿਲਾ ਕੇ 50 ਮਿੰਟ ਗੇਨ ਕਰਨੇ ਪੈਣਗੇ। ਤਾਂ ਇਹਨਾਂ ਵਿਚਕਾਰ 180 ਦਾ ਐਂਗਲ ਬਣੂਗਾ। ਤਾਂ ਇਹਦਾ ਫਾਰਮੂਲਾ ਕੀ ਹੁੰਦਾ, ਦੇਖੋ ਜੀ, 60/55 ਇੰਟੂ 50, ਬਸ ਇੰਨਾ ਹੀ ਆਂਸਰ ਹੈ ਜੀ ਆਪਣਾ। ਉਰੇ ਆ ਜਾਊਗਾ 12/11, 12 5 60, 600/11 ਆਪਣਾ ਆਂਸਰ ਹੈ। ਤਾਂ ਹੁਣ ਜੋ ਵੀ ਆਂਸਰ ਬਣਦਾ 11 5 55, 5 0, 11 ਚੌਕ 44, ਤਾਂ 6/11 ਆਂਸਰ ਆ ਗਿਆ ਆਪਸ਼ਨ ਡੀ। ਮਤਲਬ ਬਹੁਤ ਈਜ਼ੀਐਸਟ ਕੁਐਸਚਨ ਸੀਗਾ, ਪਾਸਟ 4 ਆ ਜਾਊਗਾ ਨਾਲ। ਠੀਕ ਹੈ ਜੀ, ਦੇਖੋ ਇਹ ਚੀਜ਼ ਮਤਲਬ ਕੀ ਹੁੰਦਾ ਕਿ 60 ਮਿੰਟ ਗੇਨ 55 ਮਿੰਟ ਗੇਨ ਕਰਦੀ ਹੈ 60 ਮਿੰਟਾਂ ਵਿੱਚ ਜਿਹੜੀ ਮਿੰਟ ਹੈਂਡ ਹੈ। ਤਾਂ 1 ਮਿੰਟ ਗੇਨ ਕਰੂਗੀ 60/55 ਦੇ ਵਿੱਚ, 50 ਮਿੰਟ ਗੇਨ ਕਰੂਗੀ 60/55 ਇੰਟੂ 50 ਦੇ ਵਿੱਚ। ਅੱਗੇ ਦੇਖੋ ਜੀ, ਕੁਐਸਚਨ ਨੰਬਰ 81। 81 ਹੈ ਜੀ। A watch is 1 minute slow at 1 p.m. on Tuesday and 2 minute fast at 1 p.m. on Thursday. When did it show the correct time? देखो जी, क्वेश्चन की है ये, वैसे बहुत बार एग्जाम में क्वेश्चन आ चुके हैं, बार बार रिपीट हो रहे हैं, आंसर याद आई वैसे मेरा है। देखो जी की वाच एक वॉच है 1 मिनट स्लो है 1 PM ਤੇ ਟਿਊਜ਼ਡੇ ਨੂੰ, ਮਤਲਬ ਕਿ ਦੁਪਹਿਰ ਦੇ 1 ਵਜੇ ਮੰਗਲਵਾਰ ਨੂੰ, ਤੇ 2 ਮਿੰਟ ਫਾਸਟ ਹੈ ਕਦੋਂ, ਵੀਰਵਾਰ ਨੂੰ 1 PM ਤੇ। ਉਹਦਾ ਕਦੋਂ ਸਹੀ ਟਾਈਮ ਹੋਊਗਾ, ਆਪਾਂ ਨੇ ਕੀ ਕਰਨਾ ਜੀ। ਦੇਖੋ ਆਪਾਂ ਨੇ ਕੀ ਕਰਨਾ ਹੈਗਾ, ਇਹਨੇ ਕਿੰਨੇ ਮਿੰਟ ਗੇਨ ਕਰ ਲਏ ਜੀ, ਇਹਨੇ ਪਹਿਲਾਂ ਤਾਂ ਇਹ 1 ਮਿੰਟ ਪਿੱਛੇ ਸੀ, ਸਲੋ ਸੀ, ਹੁਣ 2 ਮਿੰਟ ਫਾਸਟ ਹੋ ਗਈ, ਮਤਲਬ ਕਿ ਇਹਨੇ ਕਿੰਨੇ ਮਿੰਟ ਗੇਨ ਕਰ ਲਏ, 3 ਮਿੰਟ ਗੇਨ ਕਰ ਲਏ। ਕਿੰਨੇ ਟਾਈਮ 'ਚ ਗੇਨ ਕੀਤੇ ਨੇ ਹੈਗੇ, ਦੇਖੋ 1 PM ਮੰਗਲਵਾਰ, ਟਿਊਜ਼ਡੇ, ਉਦੋਂ ਬਾਅਦ 1 PM ਕੀ ਆ ਗਿਆ ਥਰਸਡੇ, ਮੰਗਲਵਾਰ, ਬੁੱਧਵਾਰ, ਵੀਰਵਾਰ, ਮਤਲਬ ਕਿ 48 ਆਵਰਸ ਆ ਗਏ। 48 ਘੰਟੇ 'ਚ ਉਹਨੇ 3 ਮਿੰਟ ਕੀ ਹੋ ਗਏ, ਫਾਸਟ ਹੋ ਗਈ।
ਤਾਂ ਆਪਾਂ ਜਿਹੜਾ 1 ਮਿੰਟ ਸਲੋ ਸੀ ਆਪਾਂ ਤਾਂ 1 ਮਿੰਟ ਹੀ ਫਾਸਟ ਕਰਨੀ ਹੈ ਅੱਗੇ, ਤਾਂ 1 ਮਿੰਟ ਕਰੂਗੀ 16 ਘੰਟਿਆਂ ਦੇ ਵਿੱਚ, ਤਾਂ 16 ਘੰਟੇ ਆਪਾਂ ਅੱਗੇ ਜਾਣਾ ਉਰੋਂ 12 ਘੰਟੇ ਅੱਗੇ ਜਾਵਾਂਗੇ ਤਾਂ ਕੀ ਆ ਜਾਊਗਾ, ਦੁਪਹਿਰ ਦੇ 1 ਮੰਗਲਵਾਰ ਨੂੰ ਵੱਜੇ ਨੇ ਤਾਂ 1 ਰਾਤ ਦੇ ਵੱਜ ਜਾਣਗੇ 12, ਤਾਂ ਫਿਰ 4 ਘੰਟੇ ਆਪਾਂ ਹੋਰ ਅੱਗੇ ਜਾਵਾਂਗੇ ਤਾਂ 5 AM ਹੋ ਜਾਊਗਾ ਬੁੱਧਵਾਰ ਦਾ। ਲੋ ਆਂਸਰ ਆਪਸ਼ਨ ਬੀ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ ਕੁਐਸਚਨ ਕਰ ਸਕਦੇ ਹਾਂ, ਬਹੁਤ ਈਜ਼ੀਐਸਟ ਕੁਐਸਚਨ ਨੇ ਜੀ ਇਹ। ਦੇਖੋ ਪੇਪਰ ਜੇ ਵਿੱਚ ਕੁਐਸਚਨ ਆਏ ਨੇ, ਪੇਪਰ ਟਫ ਹੈ ਬਟ ਜੋ ਕੁਐਸਚਨ ਹੈ ਉਹ ਪਹਿਲਾਂ ਐਗਜ਼ਾਮ ਦੇ ਵਿੱਚ ਆ ਚੁੱਕੇ, ਤਾਂ ਇਹ ਪੇਪਰ ਬਹੁਤ ਈਜ਼ੀ ਬਣ ਗਿਆ ਇਸ ਤਰੀਕੇ ਨਾਲ। ਵੈਸੇ ਜੇ ਜਿਹਨੇ ਪਿਛਲੇ ਐਗਜ਼ਾਮ ਨਹੀਂ ਕੀਤੇ ਉਹਨਾਂ ਵਾਸਤੇ ਪੇਪਰ ਟਫ ਹੈ ਜੀ, ਨਹੀਂ ਤਾਂ ਬਹੁਤ ਈਜ਼ੀ ਪੇਪਰ ਹੈ। ਅੱਗੇ ਦੇਖੋ ਜੀ ਕੁਐਸਚਨ ਨੰਬਰ 82। Question 82 है जी, if the side of an equilateral triangle is decreased by 20% then the area is decreased by। देखो जी 20% है, ਜੇ ਉਹਦੀ ਸਾਈਡ ਘਟਦੀ ਹੈ ਤਾਂ ਉਹਦਾ ਏਰੀਆ ਕਿੰਨਾ ਘਟੂਗਾ, ਤਾਂ ਦੇਖੋ -20 -20 ਪਲੱਸ ਦੋਹਾਂ ਦੀ ਮਲਟੀਪਲਾਈ 40 400/100। ਠੀਕ ਹੈ ਜੀ, ਤਾਂ 36 40 + 4 ਤਾਂ 36% ਏਰੀਆ ਉਹਦਾ ਘਟ ਗਿਆ ਜੀ। ਨੈਟ ਚੇਂਜ ਨਾਲ ਕੁਐਸਚਨ ਕਰ ਸਕਦੇ ਹਾਂ ਆਪਾਂ, ਆਪਸ਼ਨ ਏ ਆਂਸਰ। ਅੱਗੇ ਦੇਖੋ ਜੀ ਕੁਐਸਚਨ ਨੰਬਰ 83। A circular glassy plot of land 42 मीटर in diameter। एक प्लॉट है, सर्कुलर प्लॉट है, 42 ਇਹਦਾ ਡਾਇਆਮੀਟਰ मतलब कि 21 मीटर ਦਾ ਕੀ ਹੋ ਗਿਆ ਰੇਡੀਅਸ। हैज़ ए path 3.5 मीटर वाइड running around it outside। 3.5 मीटर चौड़ा एक पाथ है outside। the cost of graveling the path at 4 rupees per square meter। ਤਾਂ ਆਪਾਂ ਬਾਹਰਲੇ ਦਾ ਏਰੀਆ ਮਾਈਨਸ ਅੰਦਰਲੇ ਦਾ ਏਰੀਆ ਕਰਾਂਗੇ, ਉਹਨੂੰ 4 ਨਾਲ ਮਲਟੀਪਲਾਈ ਕਰ ਦਾਂਗੇ, ਆਂਸਰ ਆ ਜਾਊਗਾ ਜੀ। ਤਾਂ πr², ਪਾਈ ਤਾਂ ਕਾਮਨ ਹੈ ਜੀ, ਪਹਿਲਾਂ ਬਣਦੀ ਹੈ ਬਾਹਰਲੀ, ਕਿੰਨੀ ਹੈ 24.5 ਇਹਦਾ ਸਕੁਅਰ -21 ਦਾ ਸਕੁਅਰ, ਤਾਂ ਇਹ ਆਂਸਰ ਬਣੂਗਾ। ਇਹਨੂੰ ਮਲਟੀਪਲਾਈ ਕਰਾਂਗੇ, ਇਹਦਾ ਆਪਣੇ ਕੋਲ ਏਰੀਆ ਆ ਜਾਊਗਾ ਇਹਦਾ, ਇਸ ਪੋਰਸ਼ਨ ਦਾ। ਤਾਂ ਦੋਹਾਂ ਦਾ ਡਿਫਰੈਂਸ ਲੈ ਲੈਂਦੇ ਆਪਾਂ ਇੱਕ ਵਾਰੀ, 3.5 मतलब कि 35/10, ਇੱਕ ਵਾਰ ਦੋਹਾਂ ਦਾ ਐਡ ਕਰ ਦਿੰਦੇ ਹਾਂ, 455/10। ਇਹਨਾਂ ਦੇ ਕੋਲ ਏਰੀਆ ਆ ਗਿਆ, ਇਹਨੂੰ 4 ਨਾਲ ਮਲਟੀਪਲਾਈ ਕਰਨੇ ਜੀ। ਲਓ 2 ਤੇ ਕੱਟਿਆ, 2 ਤੇ ਕੱਟਿਆ, ਉਰੇ 5 ਆ ਗਿਆ ਜੀ, ਉਰੇ 5 ਆ ਗਿਆ, 7 5 35, ਆ 5 ਇਹਦੇ ਨਾਲ ਕੈਂਸਲ ਹੋ ਗਿਆ, ਇਹਨੂੰ ਕੈਂਸਲ ਕਰਾਂਗੇ, 5 ਨਾਲ 45 91, 91 ਗੁਣਾ 22 ਆਪਾਂ ਨੇ ਪਤਾ ਕਰਨਾ ਹੈ। 22 एकम 22 असल पे 2, 22 ना आया 198 ਤੇ 2 ਕਿੰਨਾ ਹੋ ਗਿਆ 200, 2002 रुपये लग गए जी। ਉਹਦੇ ਆਪਸ਼ਨ ਸੀ ਆਂਸਰ। ਉਹ ਕਿੰਨਾ ਟਾਈਮ ਲੱਗਿਆ ਕੁਐਸਚਨ। ਅੱਗੇ ਦੇਖੋ ਜੀ ਕੁਐਸਚਨ ਨੰਬਰ 84। A rectangular water tank is open at the top, its capacity is 24 meter cube, its length and breadth are 4 meter and 3 meter respectively। Ignoring the thickness of the material used for building the tank, the total cost of painting the inner and outer surface of the tank at the rate of 10 meter per meter square is। देखो जी आसान है जी, ਉਹਦੀ ਕਪੈਸਿਟੀ ਗਿਵਨ ਹੈ, ਮਤਲਬ ਉਹਦਾ ਵੋਲਿਊਮ ਗਿਵਨ ਹੈ, ਤਾਂ LBH ਉਹਦਾ ਵੋਲਿਊਮ ਹੁੰਦਾ ਹੈ, LBH ਹਾਈਟ ਆਪਾਂ ਪਤਾ ਕਰਨੀ ਹੈ 24 ਦੀ, ਤਾਂ H ਕਿੰਨੀ ਆ ਜਾਊਗੀ 2 ਆ ਗਈ, ਤਾਂ ਹੁਣ ਉਹਦੀ ਇੱਕ ਸਾਈਡ 2 ਹੈ, ਇੱਕ ਸਾਈਡ 3 ਹੈ, ਇੱਕ ਸਾਈਡ 4 ਹੈ, ਤਾਂ ਕੀ ਪਤਾ ਕਰਨਾ ਹੁੰਦਾ ਟੋਟਲ ਕਾਸਟ ਆਫ ਪੇਂਟਿੰਗ ਦਾ ਇਨਰ ਐਂਡ ਆਊਟਰ ਸਰਫੇਸ ਆਫ ਦਾ ਟੈਂਕ। ਹੁਣ ਟੈਂਕ ਉੱਪਰੋਂ ਖੁੱਲ੍ਹਾ ਜੀ, ਓਪਨ ਹੈ ਜੀ, ਤਾਂ ਬੋਟਮ ਇਹਦਾ ਲਿਖੋ, ਤਾਂ ਹੁਣ ਕੀ ਆ ਜਾਊਗਾ LH ਆਊਗਾ, मतलब कि एक आप LB घट लवांगे, मतलब लेंथ इंटू ब्रेथ घट लवांगे। पहले ये मल्टीप्लाई 6, 6 का दुगना 12, ये मल्टीप्लाई 8, ये दुगना 16, 4 तीए 12, ये दुगना 24 होंगे, बट आप 12 लवांगे क्योंकि ऊपर खुला जी है। तो इन्ना यदा की आ गया एरिया आ गया 12 12 24 तो 16 40, तो 40 वह एरिया आ गया मीटर स्क्वायर के, तो 10 रुपये 1 मीटर से खर्चा, तो टोटल खर्चा आ जाएगा 400 मीटर, ऑप्शन ए। अगे देखो जी क्वेश्चन नंबर 85। इन ए शावर 5 सेंटीमीटर ऑफ रेनफॉल, एक मीह पे है जी 5 सेंटीमीटर रेनफॉल हुई है। द वॉल्यूम ऑफ द वाटर
ਡੈਟ ਫਾਲਸ ਔਨ 1.5 ਹੈਕਟੇਅਰ ਆਫ ਦਾ ਗਰਾਊਂਡ। ਤਾਂ ਕਿੰਨਾ ਵੋਲਿਊਮ 1.5 ਹੈਕਟੇਅਰ ਤੇ ਗਰਾਊਂਡ ਦੇ ਉੱਪਰ ਪਊਗਾ। ਤਾਂ ਹੁਣ ਦੇਖੋ ਜੀ, ਹੈਕਟੇਅਰ ਨੂੰ ਪਹਿਲਾਂ ਆਪਾਂ ਨੂੰ ਦੇਖੋ ਆਨਸਰ ਮੀਟਰ ਦੇ ਵਿੱਚ, ਤਾਂ ਆਪਾਂ ਨੂੰ ਮੀਟਰ ਦੇ ਵਿੱਚ ਆਨਸਰ ਚੇਂਜ ਕਰਨਾ ਪਊਗਾ ਆਪਾਂ ਨੂੰ। ਤਾਂ ਦੇਖੋ ਆਪਾਂ ਨੇ ਵੋਲਿਊਮ ਪਤਾ ਕਰਨਾ, ਤਾਂ 1 ਹੈਕਟੇਅਰ ਦਾ ਮਤਲਬ ਕਿੰਨਾ ਹੁੰਦਾ, 10,000 ਮੀਟਰ ਹੁੰਦਾ। ਤਾਂ 10,000 ਮੀਟਰ ਦਾ ਬੇਸ ਦਾ ਏਰੀਆ ਹੋ ਗਿਆ, ਇਹਦੇ ਉੱਪਰ ਕਿੰਨਾ ਮੀਂਹ ਪਿਆ ਜੀ, ਸੌਰੀ 1.5 ਹੈਕਟੇਅਰ ਕਿੰਨਾ ਹੋ ਜਾਊਗਾ ਫਿਰ, 15,000 ਮੀਟਰ। ਤਾਂ ਇਹ ਤਾਂ ਉਹਦਾ ਬੇਸ ਦਾ ਏਰੀਆ ਹੋ ਗਿਆ, ਇੰਟੂ ਆਪਾਂ ਹਾਈਟ ਕਰ ਦਾਂਗੇ ਮੀਟਰ ਦੇ ਵਿੱਚ। ਹਾਈਟ ਕਿੰਨੀ ਹੈ, 5 ਸੈਂਟੀਮੀਟਰ, ਨੂੰ ਮੀਟਰ ਚੇਂਜ ਕਰਾਂਗੇ ਨੀਚੇ 100 ਆ ਜਾਊਗਾ। ਤਾਂ 750 ਮੀਟਰ ਸਕੁਅਰ ਹੈ ਵੋਲਿਊਮ, 750 ਮੀਟਰ ਕਿਊਬ। ਆਪਸ਼ਨ ਬੀ ਆਨਸਰ ਹੈ ਜੀ। ਤਾਂ ਇਹ ਜੀ ਆਪਣੇ ਮੈਥ ਤੇ ਰੀਜ਼ਨਿੰਗ ਜੋ ਪਾਰਟ ਸੀਗਾ ਇਹ ਆਪਣਾ ਕੰਪਲੀਟ ਹੋ ਗਿਆ। ਠੀਕ ਹੈ ਜੀ, ਜਿਸ ਕਿਸੇ ਦਾ ਐਗਜ਼ਾਮ ਵਧੀਆ ਹੋਇਆ ਤਾਂ ਬਹੁਤ ਵਧੀਆ ਗੱਲ ਹੈ ਜੀ। ਤਾਂ ਬਾਕੀ ਜੋ ਆਨਸਰ ਕੀ ਹੈ ਤੁਹਾਨੂੰ ਟੈਲੀਗ੍ਰਾਮ ਜੋ ਗਰੁੱਪ ਹੈ ਉਹ 'ਚ ਮਿਲ ਜੂਗੀ ਜੀ, ਬਿਲਕੁਲ ਸਹੀ ਆਨਸਰ ਕੀ। ਤਾਂ ਤੁਸੀਂ ਕੀ ਚੀਜ਼ ਕਰਨੀ ਹੈ, ਜਿਹਦਾ ਐਗਜ਼ਾਮ ਨਹੀਂ ਵਧੀਆ ਹੋਇਆ ਤਾਂ ਉਹ ਮੇਰੇ ਚੈਨਲ ਨੂੰ ਦੇ ਵਿੱਚੋਂ ਕੁਛ ਵੀਡੀਓਜ਼ ਨੇ ਉਹਨੂੰ ਦੇਖ ਕੇ ਹੈਲਪ ਲੈ ਸਕਦੇ ਆ। ਤਾਂ ਕਮੈਂਟ ਬਾਕਸ ਟੌਪਿਕ ਦੱਸ ਸਕਦੇ ਆ ਕਿਸ ਟੌਪਿਕ 'ਤੇ ਵੀਡੀਓ ਬਣਾਈ ਜਾਵੇ ਤਾਂ ਕਿ ਸਾਡਾ ਉਹ ਟੌਪਿਕ ਕਵਰ ਹੋ ਸਕੇ। ਠੀਕ ਹੈ ਜੀ, ਥੈਂਕ ਯੂ।